ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਸ਼੍ਰੀ ਅਰਜਨ ਬੈਠਿਓ ਗੁਰੂ ਜਾਨਤ ਸਕਲ ਪ੍ਰਸੰਗ। ਇਹ ਦੀਨੇ ਦਰਸ਼ਨ ਕਰਿਓ ਭਾ ਸ਼ੀਤਲ ਸਰਬੰਗ। ਸ਼੍ਰੀ ਅਰਜਨ ਬੈਠਿਓ ਗੁਰੂ ਜਾਨਤ ਸਕਲ ਪ੍ਰਸੰਗ। ਇਹ ਦੀਨੇ ਦਰਸ਼ਨ ਕਰਿਓ ਭਾ ਸ਼ੀਤਲ ਸਰਬੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਹਾਜ਼ਰਾ ਹਜੂਰ ਜਹਰਾ ਜਹੂਰ।
ਦਇਆ ਨਿਧ ਕਿਰਪਾ ਦੇ ਖਜ਼ਾਨੇ, 10 ਪਾਤਸ਼ਾਹੀਓਂ ਜੀ ਦੇ ਪਾਵਨ ਪਵਿੱਤਰ ਸਰੂਪ, ਨਿਹਚਲ ਚੌਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ, ਵਡ ਭਾਗੇ ਹਾਂ ਨਿਤਾ ਪ੍ਰਤੀ, ਸਤਿਗੁਰਾਂ ਦੀ ਵਰਸਾਈ ਸਾਧ ਸੰਗਤ, ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਔਰ ਨਾਲ ਹੀ ਚੌਜੀ ਪਾਤਸ਼ਾਹ ਸ਼ਾਂਤੀ ਦੇ ਪੁੰਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਇਤਿਹਾਸ ਦੀ ਅੰਮ੍ਰਿਤ ਰੂਪ ਗਾਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੁਆਰਾ ਆਪ ਜੀ ਸ਼ਰਵਣ ਕਰਕੇ ਲਾਹਾ ਖੱਟੇ ਹੋ ਦਿਹਾੜੀ ਆਪਣੇ ਮਨੁੱਖੇ ਜਾਮੇ ਦਾ ਬੇਅੰਤ ਲਾਹਾ ਪ੍ਰਾਪਤ ਕਰ ਰਹੇ ਹੋ। ਕੱਲ ਦੇ ਦੀਵਾਨ ਵਿੱਚ ਜਥਾ ਪ੍ਰਸੰਗ ਸਾਧ ਸੰਗਤ ਜੀ ਆਪ ਜੀਆਂ ਸ਼ਰਵਣ ਕੀਤਾ ਕਿ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਮਤਾ ਸਿਧਾਂਤ ਹੈ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਐਸੇ ਦੀਨ ਦਿਆਲੂ ਕਿਰਪਾਲੂ ਪਾਤਸ਼ਾਹ ਜੀ ਦੇ ਨਾਲ ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ, ਜਿਹੜੇ ਕੋਈ ਪਾਪੀ ਪਾਮਰ ਪੁਰਖ ਹੁੰਦੇ ਐ ਖੋਟੇ ਭਾਗਾਂ ਵਾਲੇ, ਉਹ ਨਿਰਵੈਰ ਦੇ ਨਾਲ ਵੈਰ ਕਮਾਉਂਦੇ ਹਨ। ਜਿਵੇਂ ਚੰਦੂ ਦਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ, ਕਿਉਂਕਿ ਜਹਾਂਗੀਰ ਬਾਦਸ਼ਾਹ ਜਿਹੜਾ ਸਾਧ ਸੰਗਤ ਜੀ ਜਿਹਦਾ ਪਹਿਲਾ ਨਾਮ ਸਲੀਮ ਆਉਂਦਾ ਹੈ, ਇਹਦਾ ਬਾਪ ਜਿਹੜਾ ਅਕਬਰ ਬਾਦਸ਼ਾਹ ਸੀ, ਇਹ ਆਪਣੇ ਤਖਤ ਦਾ ਵਾਰਸ ਜਿਹੜਾ ਆਪਦੇ ਪੋਤਰੇ ਨੂੰ ਬਣਾਉਣਾ ਚਾਹੁੰਦਾ ਸੀ, ਖੁਸਰੋ ਨੂੰ, ਤੇ ਜਹਾਂਗੀਰ ਨੂੰ ਤਖਤ ਨਹੀਂ ਸੀ ਦੇਣਾ ਚਾਹੁੰਦਾ, ਸਿੱਧਾ ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਦਿੱਲੀ ਦੇ ਤਖਤ ਤੇ ਬਾਦਸ਼ਾਹਤ ਦੇਣਾ ਚਾਹੁੰਦਾ ਸੀ। ਇਹ ਗੱਲ ਜਦੋਂ ਜਹਾਂਗੀਰ ਨੂੰ ਪਤਾ ਲੱਗੀ, ਅਕਬਰ ਦੇ ਮਰਨ ਬਾਅਦ ਨਾਲ ਹੀ ਇਹਨੇ ਤਖਤ ਤੇ ਕਬਜ਼ਾ ਕੀਤਾ ਤੇ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ ਕਿ ਇਹ ਮੇਰਾ ਤਖਤ ਸੀ, ਅਕਬਰ ਬਾਦਸ਼ਾਹ ਮੇਰੇ ਦਾਦਾ ਮੈਨੂੰ ਤਖਤ ਤੇ ਬੈਠਾ ਵੇਖਣਾ ਚਾਹੁੰਦੇ ਸਨ, ਜਿਸ ਕਰਕੇ ਇਹਨੂੰ ਕੈਦ ਵੀ ਕੀਤਾ। ਤੇ ਕੈਦ ਵਿੱਚੋਂ ਭੱਜਣ ਤੋਂ ਬਾਅਦ ਇੱਕ ਯੁੱਧ ਲੜਾਈ ਦੇ ਵਿੱਚ ਖੁਸਰੋ ਹਾਰ ਵੀ ਗਿਆ ਸੀ। ਜਾਨ ਬਚਾ ਕਰਕੇ ਤੇ ਪੰਜਾਬ ਵੱਲ ਨੂੰ ਭੱਜਾ, ਮਗਰੇ ਦੇ ਫੌਜ ਪਈ ਹੋਈ ਸੀ। ਕਵੀ ਜੀਆਂ ਜਿਵੇਂ ਕੁਝ ਪ੍ਰਸੰਗ ਲਿਖਿਆ, ਇਸ ਤੋਂ ਇਲਾਵਾ ਖਾਲਸਾ ਜੀ ਹੋਰ ਜਿਹੜੇ ਬੇਅੰਤ ਗ੍ਰੰਥ ਹੈ, ਜਿਵੇਂ ਸਰੂਪਦਾਸ ਭੱਲਾ ਜੀ ਦਾ ਲਿਖਿਆ ਗ੍ਰੰਥ ਮਹਿਮਾ ਪ੍ਰਕਾਸ਼ ਹੈ, ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਖੁਸਰੋ ਦੇ ਆਉਣ ਦਾ ਪ੍ਰਸੰਗ ਹੈ ਨਾ ਤਰਨ ਤਾਰਨ ਸਾਹਿਬ, ਥੋੜ੍ਹਾ ਵੱਖਰੇਵੇਂ ਨਾਲ, ਕਿਉਂਕਿ ਇਹ ਵਿਸ਼ਾ ਖੋਜ ਦਾ ਮੁਤਾਜ ਹੈ। ਡਾਕਟਰ ਵੀਰ ਸਿੰਘ ਸਾਹਿਬ ਜੀਆਂ ਨੇ ਇਹ ਸਿੱਧ ਕੀਤਾ ਹੈ ਪ੍ਰਮਾਣਾਂ ਦੇ ਨਾਲ ਕਿ ਖੁਸਰੋ ਜਿਹੜਾ ਹੈ ਉਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਮਿਲਿਆ ਹੀ ਨਹੀਂ। ਤਰਨ ਤਾਰਨ ਸਾਹਿਬ ਇਹ ਸਿਰਫ ਤੇ ਸਿਰਫ ਚੰਦੂ ਨੇ ਚਲਾਕੀ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੇ ਇੱਕ ਤੋਹਮਤ ਲਾਈ ਸੀ ਵੀ ਜਿਸ ਨੇ ਬਗਾਵਤ ਕੀਤੀ ਹੈ ਨਾ ਬਾਦਸ਼ਾਹ, ਉਹ ਹਕੂਮਤ ਦੇ ਬਾਗੀ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਪਨਾਹ ਦਿੱਤੀ ਤੇ ਨਾਲੇ 2 ਲੱਖ ਰੁਪਈਆ ਦਿੱਤਾ ਹੈ। 500 ਆਪਦਾ ਮੁਰੀਦ ਜਿਹੜਾ ਹੈ ਉਹ ਇਹਦੀ ਕਮਾਂਡ ਹੇਠ ਲੜਨ ਦਾ ਵਿਸ਼ਵਾਸ ਭਰੋਸਾ ਵੀ ਦਿਵਾਇਆ ਖੁਸਰੋ ਨੂੰ। ਇਹ ਕੇਵਲ ਤੇ ਕੇਵਲ ਇੱਕ ਇਲਜ਼ਾਮ ਤਰਾਸ਼ੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਾਸਤੇ, ਇਹ ਬਾਦਸ਼ਾਹ ਜਹਾਂਗੀਰ ਤਾਂ ਕਿ ਖਿਲਾਫ ਹੋ ਜਾਵੇ। ਕੁਝ ਗ੍ਰੰਥਾਂ ਵਿੱਚ ਇਹ ਹਵਾਲੇ ਮਿਲਦੇ ਹੈ ਕਿ
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਨ੍ਹਾਂ ਦੇ ਘਰ ਵਿੱਚ ਅਕਬਰ ਵਰਗੇ ਵੀ ਆ ਕੇ ਪ੍ਰਸ਼ਾਦਾ ਛਕਦੇ ਰਹੇ ਤੀਸਰੇ ਪਾਤਸ਼ਾਹ ਸਮੇਂ। ਤੇ ਜੇ ਖੁਸਰੋ ਮੁਸੀਬਤ ਦਾ ਮਾਰਿਆ ਗੁਰੂ ਘਰ ਪਹੁੰਚ ਵੀ ਗਿਆ ਤੇ ਕੇਵਲ ਸਤਿਗੁਰਾਂ ਨੇ ਪ੍ਰਸ਼ਾਦਾ ਪਾਣੀ ਜਿਹੜਾ ਲੰਗਰ ਚੋਂ ਹੱਥ ਕਰ ਦਿੱਤਾ ਵੀ ਛਕ ਸਕਦੇ ਹੋ। ਤੇ ਉਹਨਾਂ ਗ੍ਰੰਥਾਂ ਵਿੱਚ 5000 ਰੁਪਈਆ ਦੇਣ ਦਾ ਜ਼ਿਕਰ ਵੀ ਨਹੀਂ ਆਉਂਦਾ। ਇਸ ਤਰ੍ਹਾਂ ਸਾਧ ਸੰਗਤ ਜੀ, ਜੇ ਕਵੀ ਸੰਤੋਖ ਸਿੰਘ ਜੀਆਂ ਜਿਵੇਂ ਲਿਖਿਆ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਿਉਂਕਿ ਦੀਨ ਦੁਨੀਆ ਦੇ ਟਿੱਕੇ ਹਨ, ਦੀਨਾਂ ਤੇ ਦਇਆ ਕਰਨ ਵਾਲੇ ਹੈ। ਜੇ ਉਸ ਸਮੇਂ ਖੁਸਰੋ ਲੋੜਵੰਦ ਸੀ ਤੇ ਮਹਾਰਾਜ ਨੇ ਬਿਨਾਂ ਆਪਣਾ ਕੋਈ ਹਿੱਤ ਵੇਖਿਆ ਉਹਦੀ ਸਹਾਇਤਾ ਕੀਤੀ, ਕਿਉਂਕਿ ਇਹ ਘਰ ਦਾ ਸਿਧਾਂਤ ਇਹ ਹੈ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦਾ ਸਿਧਾਂਤ ਹੈ। ਜੇ ਖੁਸਰੋ ਤਖਤ ਤੇ ਬੈਠਾ ਹੁੰਦਾ, ਬਾਦਸ਼ਾਹ ਜਹਾਂਗੀਰ ਬਗਾਵਤ ਕਰਕੇ ਦੌੜ ਕੇ ਭੱਜ ਕੇ ਆਉਂਦਾ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹਦੀ ਵੀ ਜ਼ਰੂਰ ਸਹਾਇਤਾ ਕਰਨੀ ਸੀ, ਕਿਉਂਕਿ ਸਤਿਗੁਰਾਂ ਦਾ ਘਰ ਨਿਮਾਣਿਆਂ ਦਾ ਮਾਣ ਹੈ, ਨਿਕਰਿਆਂ ਦਾ ਘਰ ਨਿਤਰਿਆਂ ਦੀ ਤਿਰ ਨਿਉਟਿਆਂ ਦੀ ਓਟ ਹੈ। ਤੋ ਸਤਿਗੁਰਾਂ ਨੇ ਕੇਵਲ ਤੇ ਕੇਵਲ ਆਪਣਾ ਬਿਰਦ ਪਛਾਣਿਆ, ਬਿਰਦ ਪਾਲਣਾ ਕੀਤਾ, ਧਰਮ ਪਾਲਿਆ ਹੈ, ਜੋ ਹਜ਼ੂਰ ਦਾ ਪਰਉਪਕਾਰੀ ਸੁਭਾਅ ਹੈ। ਉਸ ਤਰ੍ਹਾਂ ਇਹ ਖੁਸਰੋ ਜਿਹੜਾ ਸਾਧ ਸੰਗਤ ਜੀ ਜੇਹਲਮ ਦਰਿਆ ਪਾਰ ਕਰਦਾ, ਇੱਕ ਮਸੀਤ ਵਿੱਚੋਂ ਬਾਅਦ ਵਿੱਚ ਫੜ ਲਿਆ ਸੀ ਇਹਨਾਂ ਨੇ ਕੁਝ ਇਤਿਹਾਸਕ ਤੱਥਾਂ ਦੁਆਰਾ, ਤੇ ਲਾਹੌਰ ਲਿਆ ਕੇ ਇਹਨੂੰ ਸ਼ਹੀਦ ਕਰ ਦਿੱਤਾ, ਵਾਹਿਗੁਰੂ ਮਾਰ ਦਿੱਤਾ ਸੀ, ਕਿਉਂਕਿ ਬਾਦਸ਼ਾਹ ਜਹਾਂਗੀਰ ਇੱਥੇ ਲਾਹੌਰ ਹੀ ਆਇਆ ਹੋਇਆ ਸੀ। ਤੇ ਕੁਝ ਇਤਿਹਾਸਕਾਰਾਂ ਦੇ ਦੁਆਰਾ 22 ਸਾਲ ਖੁਸਰੋ ਨੂੰ ਕੈਦ ਵਿੱਚ ਰੱਖਿਆ, ਤੇ ਬਾਅਦ ਵਿੱਚ ਕੈਦ 'ਚ ਕਈ 22 ਸਾਲ ਬਾਅਦ ਇਸ ਵਾਕਿਆ ਤੋਂ ਚੜ੍ਹਾਈ ਕਰ ਗਿਆ ਸੀ, ਆਈ ਮੌਤ ਤੇ। ਤੋ ਰਹੋ ਵਿਚਾਰ, ਜਦੋਂ ਖੁਸਰੋ ਹਜ਼ੂਰ ਦੇ ਪਾਸ ਦੌੜ ਕੇ ਆਇਆ, ਫਰਿਆਦ ਕੀਤੀ, ਪਾਤਸ਼ਾਹ ਵੀ ਜੰਗ ਵਿੱਚ ਮੈਂ ਹਾਰ ਗਿਆ ਹਾਂ, ਕਿਰਪਾ ਕਰਕੇ ਭੁੱਖੇ ਹਾਂ, ਕੁਝ ਕੁ ਫੌਜ ਜਿਹੜੀ ਥੋੜ੍ਹੀ ਬਹੁਤੀ ਬਚ ਗਈ ਨਾਲ ਹੈ, ਸਾਡੀ ਰੱਖਿਆ ਕਰੋ। ਤੋ ਸਤਿਗੁਰਾਂ ਨੇ ਸਾਧ ਸੰਗਤ ਜੀ ਪ੍ਰਸ਼ਾਦਾ ਪਾਣੀ ਜਿਹੜਾ ਹੈ ਉਹ ਤਾਂ ਲੰਗਰ ਚੱਲਦਾ ਹੀ, ਚੋਰ ਵਾਸਤੇ ਵੀ ਲੰਗਰ ਉਹ ਹੈ ਤੇ ਸਾਧ ਵਾਸਤੇ ਵੀ ਉਹ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦਾ ਇਹ ਸਿਧਾਂਤ ਹੀ ਹੈ ਵੀ ਜਿਹੜਾ ਆਉਂਦਾ ਹੈ, ਚੜ੍ਹ ਕੇ ਆਏ ਨੂੰ ਸਾਧ ਸੰਗਤ ਜੀ ਤੇਗ ਹੈ, ਤੇ ਨਿਵ ਕੇ ਆਏ ਨੂੰ ਇੱਥੇ ਦੇਗ ਹੈ। ਇਹ ਨਿਵ ਕੇ ਆਇਆ ਦੇ ਵਾਸਤੇ ਲੰਗਰ ਹੈ, ਚੜ੍ਹ ਕੇ ਆਏ ਵਾਸਤੇ ਤੇਗ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀਆਂ ਨੇ ਇਹਨੂੰ ਮਜ਼ਲੂਮ ਜਾਣ ਕੇ ਦੀ ਰੱਖਿਆ ਕੀਤੀ ਹੈ। ਤੇ ਕਵੀ ਜੀ ਕਹਿੰਦੇ 5000 ਰੁਪਈਆ ਹਜ਼ੂਰ ਨੇ ਇਹਨੂੰ ਦੇ ਦਿੱਤਾ ਰਸਤੇ ਦੇ ਖਰਚੇ ਵਾਸਤੇ, ਚਲੋ ਇਹਦੀ ਜਾਨ ਬਚ ਜਾਵੇਗੀ। ਇੱਥੋਂ ਇਹ ਚਲਾ ਗਿਆ ਹੈ, ਚੰਦੂ ਨੂੰ ਬਹਾਨਾ ਮਿਲ ਗਿਆ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਬਾਬਤ ਨੇ ਫਿਰ ਬਾਦਸ਼ਾਹ ਜਹਾਂਗੀਰ ਨੂੰ ਚੁਗਲੀ ਕੀਤੀ ਕਿ ਵੇਖੋ, ਤੁਹਾਡੇ ਪੁੱਤਰ ਜਿਹਨੂੰ ਸਾਰੇ ਭਾਰਤ ਵਰਸ਼ ਅੰਦਰ ਕਿਸੇ ਨੇ ਠਹਿਰਨ ਦੀ ਜਗ੍ਹਾ ਨਹੀਂ ਦਿੱਤੀ, ਗੁਰੂ ਅਰਜਨ ਦੇਵ ਸਾਹਿਬ ਦਾ ਇੰਨਾ ਹੌਸਲਾ ਵੱਧ ਗਿਆ ਹੈ, ਹਕੂਮਤ ਦੇ ਸ਼ਾਹੀ ਫਰਮਾਨ ਦੀ ਬੇਪਤੀ ਕਰਦੇ ਹੈ, ਬਦਸਲੂਕੀ ਕਰਦੇ ਹੈ, ਸ਼ਾਹੀ ਫਰਮਾਨ ਮੰਨਣ ਤੋਂ ਮੁਨਕਰ ਹਨ। ਸਾਫ਼ ਸਾਫ਼ ਬਾਦਸ਼ਾਹ ਬਗਾਵਤ ਦੇ ਲੱਛਣ ਹਨ। ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਸਿੱਖ ਵੀ ਤੁਹਾਡੇ ਰਾਜ ਵਿੱਚ ਬਗਾਵਤ ਕਰਨਗੇ। ਤੁਸੀਂ ਸਾਡੇ ਆਖੇ ਲੱਗ ਕੇ ਜ਼ਰੂਰ ਕੁਝ ਨਾ ਕੁਝ ਤੁਹਾਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ। ਚੰਦੂ ਦੀਆਂ ਗੱਲਾਂ ਵਿੱਚ ਆ ਕੇ ਬਾਦਸ਼ਾਹ ਜਹਾਂਗੀਰ ਇਸ ਨੇ ਫਿਰ ਇੱਕ ਅਹਿਦੀਆ ਭੇਜਿਆ, ਫਰਮਾਨ ਲਿਖਵਾ ਕੇ ਚੰਦੂ ਤੋਂ ਵੀ 2 ਲੱਖ ਰੁਪਈਆ ਗੁਰੂ ਅਰਜਨ ਦੇਵ ਜੀ ਸਾਨੂੰ ਜੁਰਮਾਨਾ ਦਿਓ, ਜਿਹੜਾ ਤੁਸੀਂ ਸਾਡੇ ਬਾਗੀ ਦੁਸ਼ਮਣ ਪੁੱਤਰ ਖੁਸਰੋ ਦੀ ਮਦਦ ਕੀਤੀ ਹੈ। 2 ਲੱਖ ਰੁਪਈਆ ਜੁਰਮਾਨਾ ਸਾਨੂੰ ਭੇਜੋ ਆਪ ਜੀ, ਤੇ ਨਾਲ ਹੀ ਇੱਥੇ ਲਾਹੌਰ ਤੁਹਾਨੂੰ ਆਉਣਾ ਪਏਗਾ। ਜਿਵੇਂ ਸਾਧ ਸੰਗਤ ਜੀ ਚਿੱਠੀ ਪੱਤਰ ਲੈ ਕੇ ਅਹਿਦੀਆ ਅੰਮ੍ਰਿਤਸਰ ਸਾਹਿਬ ਹਜ਼ੂਰ ਦੇ ਪਾਸ ਪਹੁੰਚਾ, ਜਿਵੇਂ ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਲਾਹੌਰ ਜਾਣ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਦਾ ਤਿਲਕ ਦੇ ਕੇ ਗਏ, ਤੇ ਨਾਲ ਹੀ ਸੱਚੇ ਪਾਤਸ਼ਾਹ ਗਰੀਬ ਨਵਾਜ਼ ਦੀਆਂ ਬੇਅੰਤ ਸਿੱਖਿਆ ਵੀ ਬਖਸ਼ਿਸ਼ ਕੀਤੀ ਹੈ। ਉਹ ਸਾਰਾ ਪ੍ਰਸੰਗ ਜਿਵੇਂ ਆਉਂਦਾ, ਆਪ ਚਿੱਤ ਬਿਰਤੀ ਇਕਾਗਰ ਕਰਕੇ ਸ਼ਰਵਣ ਕਰੋ ਜੀ। ਗਰੀਬ ਨਵਾਜ਼ ਨੂੰ ਹਿਰਦੇ ਵਸਾਓ ਜੀ, ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਅਰਜਨ ਬੈਠਿਓ ਗੁਰੂ। ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਾਂਤੀ ਦੇ ਪੁੰਜ ਪੂਰੇ ਆਨੰਦ ਸਹਿਤ ਅੰਮ੍ਰਿਤਸਰ ਸਾਹਿਬ ਤਖਤ ਲਾ ਕਰਕੇ ਸਜੇ ਹੋਏ ਹੈ। ਉਧਰ ਚੰਦੂ ਪਾਪੀ ਜਿਹੜਾ ਹੈ ਹਜ਼ੂਰ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਗੋਂਦਾਂ ਗੁੰਦ ਰਿਹਾ ਹੈ। ਜਾਣਤ ਸਕਲ ਪ੍ਰਸੰਗ ਤੇ ਅੰਤਰਜਾਮੀ ਸਭ ਕਿਛ ਜਾਣੈ। ਸਤਿਗੁਰੂ ਅਰਜਨ ਦੇਵ ਜੀ ਚੰਦੂ ਦੁਆਰਾ ਸਾਰੀਆਂ ਘੜੀਆਂ ਜਾਂਦੀਆਂ ਸਾਜ਼ਿਸ਼ਾਂ ਬਾਬਤ ਜਾਣਦੇ ਆ। ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ ਹਨ। ਅਹਦੀ ਨੇ ਦਰਸ਼ਨ ਕਰਿਓ। ਇਧਰ ਅਹਿਦੀਆ ਚਿੱਠੀ ਲੈ ਕੇ ਸ਼ਾਹੀ ਫਰਮਾਨ ਜਿਹਦੇ ਵਿੱਚ ਮਹਾਰਾਜ ਨੂੰ 2 ਲੱਖ ਰੁਪਈਆ ਜੁਰਮਾਨਾ ਪਾਇਆ ਹੈ, ਉਹ ਅੰਮ੍ਰਿਤਸਰ ਸਾਹਿਬ ਹਜ਼ੂਰ ਦੇ ਆਣ ਸਾਹਮਣੇ ਪਹੁੰਚਿਆ ਹੈ। ਭਾ ਸੀਤਲ ਸਰਬੰਗ ਪਰ ਪਹਿਲਾਂ ਚੰਦੂ ਦਾ ਹੁਕਮ ਸੀ ਨਾ ਵੀ ਤੂੰ ਕਰੜੇ ਬਚਨ ਬੋਲਣੇ ਸ਼ਬਦਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਦਾ ਨਿਰਾਦਰ ਕਰਨਾ ਉੱਚੀ ਬੋਲ ਕੇ। ਤੇ ਜਿਵੇਂ ਇੱਕ ਕਿਸੇ ਹਕੂਮਤ ਦੇ ਦੋਸ਼ੀ ਨੂੰ ਸੱਦਾ ਨਹੀਂ ਭੇਜਿਆ ਜਾਂਦਾ, ਹੁਕਮ ਕੀਤਾ ਜਾਂਦਾ, ਪੂਰੇ ਔਖੇ ਹੋ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਇਹ ਚਿੱਠੀ ਰੋਹਬ ਦੇਣਾ ਉੱਥੇ ਜਾ ਕੇ ਪੂਰਾ। ਪਰ ਹੁਣ ਸਤਿਗੁਰਾਂ ਦੇ ਦਰਸ਼ਨਾਂ ਦਾ ਪ੍ਰਤਾਪ ਹੀ ਖਾਲਸਾ ਜੀ ਐਸਾ ਹੈ। ਆਇਆ ਤਾਂ ਬਹੁਤ ਤੌਖਲੇ ਵਿੱਚ ਸੀ ਇਹ ਅਹਿਦੀਆ, ਪਰ ਹਜ਼ੂਰ ਦੇ ਦਰਸ਼ਨ ਕਰਕੇ ਐਨ ਮਨ ਤਨ ਕਰਕੇ ਠੰਡਾ ਪੈ ਗਿਆ ਹੈ। ਲਿਖਿਓ ਸ਼ਾਹ ਕੋ ਧਰਿਓ ਅਗਾਰੀ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਇਹਨੇ ਉਹ ਚਿੱਠੀ ਰੱਖ ਦਿੱਤੀ ਹੈ। ਆਪ ਜੋਰ ਕਰ ਬੰਧਨ ਤਾਰੀ। ਤੇ ਹੱਥ ਜੋੜ ਲਏ ਜਿਹੜਾ ਰੋਹਬ ਮਾਰਨ ਆਇਆ ਖਾਲਸਾ ਜੀ। ਹਜ਼ੂਰ ਦਾ ਨੂਰਾਨੀ ਚਿਹਰਾ ਦੇਖ ਕੇ ਰਹਿ ਨਾ ਸਕਿਆ, ਹੱਥ ਜੁੜ ਗਏ, ਪਾਤਸ਼ਾਹ ਦੇ ਚਰਨ ਹੀ ਡਿੱਗ ਪਿਆ, ਚਰਨਾਂ ਤੇ ਮੱਥਾ ਟੇਕਿਆ ਹੈ। ਦੇਖ ਸਰੂਪ ਸੁਭਾਵ ਵਿਸਾਲਾ। ਗਰੀਬ ਨਵਾਜ ਮਹਾਰਾਜ ਦਾ ਮਿੱਠਾ ਸੁਭਾਅ, ਦਗ ਦਗ ਕਰਦਾ ਸੁੰਦਰ ਚਿਹਰਾ ਵੇਖ ਕੇ ਅਹਦੀ ਕਹਿ ਨਾ ਸਕਿਓ ਤਿਸ ਕਾਲਾ। ਜਿਹੜਾ ਕੁਝ ਚੰਦੂ ਨੇ ਸਿਖਾ ਕੇ ਭੇਜਿਆ ਸੀ ਕੌੜੇ ਬੋਲ ਬੋਲਣੇ, ਉਹ ਅਹਿਦੀ ਦਾ ਹੀਆ ਹੀ ਨਹੀਂ ਪਿਆ ਮਹਾਰਾਜ ਦਾ ਸਰੂਪ ਵੇਖ ਕੇ ਮੂੰਹੋਂ ਕੋਈ ਮਾੜਾ ਬਚਨ ਨਿਕਲ ਸਕੇ। ਸਤਿਗੁਰ ਸੋਖ ਲਾਏ ਪਠਾ ਪਠਵਾਇਓ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸਿੱਖ ਤੋਂ ਇਹ ਚਿੱਠੀ ਪੱਤਰ ਫੁਰਮਾਨ ਪੜਵਾਇਆ ਖਲਵਾ ਕਰਕੇ। ਧਨ 2 ਲੱਖ ਸ਼ਾਹੋ ਮੰਗਵਾਇਓ। ਤੇ ਜਿਸ ਵਿੱਚ ਲਿਖਿਆ ਹੈ ਕਿ ਬਾਦਸ਼ਾਹ ਜਹਾਂਗੀਰ ਨੇ 2 ਲੱਖ ਰੁਪਈਆ ਤੁਹਾਨੂੰ ਜੁਰਮਾਨਾ ਕੀਤਾ, ਉਹ ਲੈਣ ਵਾਸਤੇ ਅਹਿਦੀਆ ਭੇਜਿਆ ਹੈ। ਸ਼੍ਰੀ ਅਰਜਨ ਸਗਰੀ ਵਿਧ ਜਾਨੀ। ਧੰਨ ਗੁਰੂ ਅਰਜਨ ਦੇਵ ਸਭ ਕੁਝ ਜਾਣਦੇ ਆ ਵੀ ਸਭ ਚੰਦੂ ਦੀਆਂ ਬਣਾਈਆਂ ਵਿਉਂਤਾਂ ਹਨ। ਤਜਨੀ ਕਾਇਆ ਆਪਨ ਪਛਾਨੀ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹ ਪਛਾਣਦੇ ਆ ਵੀ ਅਸੀਂ ਆਪਣੀ ਜਿਹੜੀ ਕਾਇਆ ਹੈ ਨਾ ਉਹ ਅਸਾਂ ਛੱਡ ਦੇਣੀ ਹੈ, ਵੀ ਭਾਵ ਵੀ ਸਾਡੇ ਸਰੀਰ ਛੱਡਣ ਦਾ, ਸ਼ਹੀਦੀ ਦੇਣ ਦਾ ਜਿਹੜਾ ਹੈ ਸਮਾਂ ਜਿਹੜਾ ਇਸ ਸਮੇਂ ਆ ਚੁੱਕਾ ਹੈ। ਹਰ ਗੋਬਿੰਦ ਗੁਰ ਬੈਠੇ ਭਾਰੀ। ਤੇ ਇਹਨਾਂ ਤੋਂ ਪਿੱਛੋਂ ਜਿਹੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਸਾਡੇ ਤੋਂ ਪਿੱਛੋਂ ਉਹ ਭਾਰੀ ਗੁਰੂ ਬਣ ਕੇ ਤਖਤ ਤੇ ਬੈਠਣਗੇ। ਉਹ ਬਾਬਾ ਬੁੱਢਾ ਸਾਹਿਬ ਦੇ ਵਰਦਾਨ ਪੂਰੇ ਹੋਣ ਦਾ ਹੁਣ ਸਮਾਂ ਆ ਗਿਆ ਹੈ। ਮਹਾਬਲੀ ਬੜ ਸ਼ਸਤਰਨ ਧਾਰੀ। ਕਿਉਂਕਿ ਹਰਗੋਬਿੰਦ ਸਾਹਿਬ ਜੀ ਮਹਾਬਲੀ ਯੋਧੇ ਹਨ ਤੇ ਭਾਰੀ ਸ਼ਸਤਰ ਧਾਰੀ ਹੋਵਣਗੇ। ਸੋ ਸਭ ਬਦਲਾ ਲੇਗਸ ਹਮਾਰਾ। ਤੇ ਜਿਹੜਾ ਕੁਝ ਸਾਡੇ ਨਾਲ ਹਕੂਮਤ ਕਰੇਗੀ ਸਾਡੀ ਸ਼ਹਾਦਤ ਤੋਂ ਬਾਅਦ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਇਹ ਸਾਰਾ ਬਦਲਾ ਭਾਵ ਕੇ ਪਲਟਾ ਮਾਰਨਗੇ। ਇਸ ਹਕੂਮਤ ਦਾ ਪਲਟਾ ਫੇਰ ਦੇਣਗੇ, ਪਲਟਾ ਮਾਰ ਦੇਣਗੇ, ਉਥਲਾ ਕੇ ਰੱਖ ਦੇਣਗੇ, ਜਰਵਾਣਿਆਂ ਦੇ ਜ਼ੁਲਮ ਨੂੰ ਠੱਲ ਪਾ ਦੇਵਣਗੇ। ਭੂਤ ਭਵਿੱਖ ਭਲੇ ਨਿਰਤਾਰਾ। ਇਸ ਤਰ੍ਹਾਂ ਮਨ ਵਿੱਚ ਚਿੱਠੀ ਪੜ੍ਹ ਕੇ ਨਾ ਸੱਚੇ ਪਾਤਸ਼ਾਹ ਜੀਆਂ ਨੇ ਆਉਣ ਵਾਲਾ ਸਮਾਂ ਵੀ ਅਸੀਂ ਸ਼ਹੀਦ ਹੋ ਜਾਣਾ ਹੈ ਤੇ ਪਹਿਲਾਂ ਵਾਲਾ ਸਮਾਂ ਜਿਹੜਾ ਨਾ ਉਹ ਸਾਰਾ ਚੰਗੀ ਤਰ੍ਹਾਂ ਵਿਚਾਰ ਲਿਆ ਵੀ ਇਹ ਤਾਂ ਬਣੀ ਬੇਦਾ ਬਾਬਾ ਬੁੱਢਾ ਸਾਹਿਬ ਦੇ ਹੁਣ ਬਚਨ ਪੂਰੇ ਹੋਣੇ ਆ। ਸਾਡੇ ਸਾਹਿਬਜ਼ਾਦੇ ਨੇ ਜ਼ੁਲਮ ਦਾ ਨਾਸ਼ ਕਰਨਾ ਤੇ ਜ਼ੁਲਮ ਦਾ ਨਾਸ਼ ਤਦੇ ਹੀ ਹੋਵੇਗਾ ਜੇ ਜ਼ੁਲਮ ਹੋਵੇਗਾ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਵਿਧੀਆਂ ਮਨ ਕਰਕੇ ਜਾਣਦੇ ਆ
ਤੇ ਬੜੇ ਪ੍ਰਸੰਨ ਚਿਤ ਹਨ। ਏਕ ਦਿਵਸ ਅਹਦੀ ਕੋ ਰਾਖਿਓ। ਪਾਤਸ਼ਾਹ ਨੇ ਉਹ ਚਿੱਠੀ ਦੇਣ ਵਾਲੇ ਮਨੁੱਖ ਨੂੰ ਜਾਣ ਨਹੀਂ ਦਿੱਤਾ। ਇੱਕ ਰਾਤ ਇੱਥੇ ਰੱਖਿਆ ਹੈ। ਭਈ ਪ੍ਰਾਤ ਤੇ ਸਤਿਗੁਰ ਭਾਖਿਓ। ਜਦੋਂ ਦਿਨ ਚੜ੍ਹਿਆ ਅਈਦੀਏ ਨੂੰ ਆਪਦੇ ਪਾਸ ਬੁਲਾ ਕੇ ਹਜ਼ੂਰ ਨੇ ਆਖਿਆ ਵੈ ਹਮ ਲਾਹੌਰ ਆਪਹਿ ਚਲ ਕਿ ਜਾਹੈਂ। ਜਾ ਕੇ ਬਾਦਸ਼ਾਹ ਜਹਾਂਗੀਰ ਨੂੰ ਕਹਿ ਦਓ ਵੀ ਅਸੀਂ ਆਪ ਚੱਲ ਕੇ ਲਾਹੌਰ ਆਵਾਂਗੇ। ਕਹਿ ਸਾਹੋ ਸੋ ਤਿਹ ਠਾਂਦਾ ਤੇ ਹੈ। ਜਿਹੜਾ ਡਨ ਜੁਰਮਾਨਾ ਸਾਨੂੰ ਬਾਦਸ਼ਾਹ ਜਹਾਂਗੀਰ ਨੇ ਲੈਣ ਵਾਸਤੇ ਤੈਨੂੰ ਭੇਜਿਆ ਹੈ ਨਾ, ਆਪ ਆ ਕੇ ਅਸੀਂ ਲਾਹੌਰ ਸਭ ਗੱਲਬਾਤ ਕਰਾਂਗੇ ਤੇ ਜੋ ਜੁਰਮਾਨਾ ਆਖਿਆ ਉਹ ਦੇਵਾਂਗੇ। ਇਸ ਪ੍ਰਕਾਰ ਕਹਿ ਅਹਦੀ ਤੋਰਿਓ। ਵੀ ਇਸ਼ਾਰਾ ਕਰ ਦਿੱਤਾ। ਉਹ ਜਹਾਂਗੀਰ ਨੇ ਲਿਖਿਆ ਨਾ ਵੀ ਜਾਂ ਫਿਰ ਚੰਦੂ ਨੇ ਲਿਖਿਆ ਸੀ ਮਰਨ ਵਾਸਤੇ ਤਿਆਰ ਹੋ ਜਾਓ, ਜਾਂ ਸਾਨੂੰ ਕਰਾਮਾਤ ਵਿਖਾ ਦੇਣੀ, ਜਿਵੇਂ ਉੱਥੇ ਸ਼ਰਤਾਂ ਰੱਖਣਗੇ। ਹਜ਼ੂਰ ਜਾਣਦੇ ਹੀ ਹੈ ਸਾਰਾ। ਤੇ ਉਹ ਵਿਅੰਗ ਮਾਤਰ ਕਹਿ ਦਿੱਤਾ ਵੀ ਕੋਈ ਨਹੀਂ, ਅਸੀਂ ਲਾਹੌਰ ਆ ਕੇ ਜੋ ਬਾਦਸ਼ਾਹ ਮੰਗਦਾ ਉਹਨੂੰ ਦੇਵਾਂਗੇ। ਇਹ ਕਹਿ ਕਰਕੇ ਤੇ ਹਜ਼ੂਰ ਨੇ ਅਹਿਦੀਏ ਨੂੰ ਤੋਰ ਦਿੱਤਾ ਹੈ। ਬੋਲਿਓ ਸੋ ਨਿਜ ਹਾਥ ਜੋਰਿਓ। ਇਹ ਨੌਕਰੀ ਦਾ ਬੱਧਿਆ ਹੋਇਆ ਹੁਕਮ ਦਾ ਅਹਿਦੀਆ ਵਿਚਾਰਾ ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਹੈ। ਜਿਮ ਚੰਦੂ ਨੇ ਮੋਹੇ ਪਠਾਇਓ। ਪਾਤਸ਼ਾਹ ਮਹਾਰਾਜ ਮੈਂ ਨਾ ਆਉਂਦਾ, ਪਰ ਮੈਨੂੰ ਜਿਵੇਂ ਪਾਪੀ ਚੰਦੂ ਨੇ ਭੇਜਿਆ ਹੈ। ਖੋਟੇ ਬਾਕਨ ਕੋ ਸਿਖਰਾਇਓ। ਉਹਨੇ ਤਾਂ ਇਹ ਵੀ ਸਿਖਾਇਆ ਸੀ ਵੀ ਜਾ ਕੇ ਮੰਦੇ ਬੋਲ ਬੋਲਣੇ ਐ, ਸ਼ਬਦਾਂ ਵਿੱਚ ਗੁਰੂ ਅਰਜਨ ਦੇਵ ਸਾਹਿਬ ਦੀ ਬੇਪਤੀ ਕਰਨੀ ਹੈ। ਸੋ ਮੁਝ ਤੇ ਕਿਮ ਨਹਿ ਬਨ ਆਵਹਿ। ਪਰ ਤੁਹਾਡੇ ਦਰਸ਼ਨ ਕਰਕੇ ਨਾ ਪਾਤਸ਼ਾਹ ਜੀ ਉਹ ਖੋਟੇ ਬਚਨ ਮੇਥੋਂ ਕਹਿ ਨਹੀਂ ਹੋਏ। ਤੁਹਾਡੇ ਦਰਸ਼ਨਾਂ ਨੇ ਹਿਰਦੇ ਵਿੱਚ ਠੰਡ ਪਾ ਦਿੱਤੀ ਹੈ। ਤੁਮ ਦਰਸ਼ਨ ਤੇ ਕੁਮਤ ਨਸਾਵਹਿ। ਮੇਰੀ ਖੋਟੀ ਜੀ ਮੱਤ ਤੁਹਾਡੇ ਦਰਸ਼ਨਾਂ ਕਰਕੇ ਨਾਸ਼ ਹੋ ਗਈ ਹੈ। ਆਇਆ ਤਾਂ ਮੈਂ ਬਹੁਤ ਗੁੱਸੇ ਵਿੱਚ ਸੀ, ਪਰ ਪਾਤਸ਼ਾਹ ਤੇਰੇ ਦਰਸ਼ਨਾਂ ਦੇ ਨਾਲ ਮੇਰਾ ਮਨ ਬਦਲ ਗਿਆ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ, ਮੇਰਾ ਮਨ ਹੀ ਨਹੀਂ ਕੀਤਾ ਤੁਹਾਨੂੰ ਕੌੜੇ ਬੋਲ ਸਕਾਂ। ਆਪਣੋ ਸੇਵਕ ਮੋਹੇ ਪਛਾਨੋ। ਇਸ ਕਰਕੇ ਪਾਤਸ਼ਾਹ ਮੈਂ ਤਾਂ ਹੁਕਮ ਦਾ ਬੱਧਾ ਤੁਹਾਡੇ ਕੋਲ ਆਇਆ ਤੇ ਮੈਨੂੰ ਬਖਸ਼ ਦੇਣਾ ਗਰੀਬ ਨਵਾਜ। ਮੈਂ ਤਾਂ ਤੁਹਾਡੇ ਘਰ ਦਾ ਸੇਵਕ ਹਾਂ, ਮੈਨੂੰ ਚਰਨਾਂ ਦੀ ਧੂੜੀ ਸਮਝ ਲੈਣਾ ਜੀ। ਰਾਵਰ ਕਹਾ ਤਥਾ ਅਬ ਮਾਨੋ। ਤੇ ਜਿਵੇਂ ਤੁਸੀਂ ਕਹਿ ਦਿੱਤਾ ਹੈ, ਭਾਵੇਂ ਮੈਨੂੰ 2 ਲੱਖ ਰੁਪਈਆ ਲੈ ਕੇ ਜਾਣ ਵਾਸਤੇ ਆਖਿਆ ਸੀ ਚੰਦੂ ਨੇ, ਪਰ ਜਿਵੇਂ ਤੁਸਾਂ ਨੇ ਆਖਿਆ ਮੈਂ ਤੁਹਾਡਾ ਬਚਨ ਸੱਤ ਕਰਕੇ ਮੰਨਦਾ ਹਾਂ। ਪੁਰਸ਼ੋਤਮ ਤੁਮ ਸਭ ਕਿਛ ਜਾਨਹ। ਮਹਾਰਾਜ ਤੁਸੀਂ ਉੱਤਮ ਪੁਰਸ਼, ਮਹਾਂਪੁਰਖ, ਸਾਧੂ, ਬ੍ਰਹਮਚਾਰੀ, ਬ੍ਰਹਮ ਗਿਆਨ, ਬ੍ਰਹਮ ਨੇਤਰੀ, ਬ੍ਰਹਮ ਸੋਤਰੀ ਹੋ। ਸੱਚੇ ਪਾਤਸ਼ਾਹ ਜੀ ਇਹ ਗੱਲ ਮੈਂ ਹਿਰਦੇ ਵਿੱਚ ਜਾਣਦਾ, ਆਪ ਸਾਰੇ ਖੰਡਾਂ ਬ੍ਰਹਮੰਡਾਂ ਦੇ ਗਿਆਤਾ ਹੋ। ਤਉ ਦੀਵਾਨ ਦੁਸਤ ਪਹਿਚਾਨਹ। ਤੁਹਾਨੂੰ ਦੱਸਣ ਦੀ ਲੋੜ ਨਹੀਂ, ਪਰ ਫੇਰ ਵੀ ਮਹਾਰਾਜ ਮੈਂ ਆਪਦਾ ਫਰਜ਼ ਨਿਭਾਉਂਦਾ ਦੱਸਦਾ ਵੀ ਜਿਹੜਾ ਚੰਦੂ ਹੈ ਨਾ ਪਾਤਸ਼ਾਹ, ਬੜਾ ਸਿਰੇ ਦਾ ਪਾਪੀ ਪਾਮਰ ਪੁਰਸ਼ ਹੈ, ਛਟਿਆ ਹੋਇਆ ਦੁਸ਼ਟ ਆਦਮੀ ਹੈ। ਤਿਸ ਤੇ ਆਪ ਰਹਾ ਸਵਧਾਨਾ। ਤੇ ਜਰਾ ਉਹਦੇ ਤੋਂ ਸਾਵਧਾਨ ਰਹੋ ਮਹਾਰਾਜ, ਉਹਦੀ ਨੀਤ ਕੁਝ ਠੀਕ ਨਹੀਂ ਲੱਗਦੀ ਹੈ। ਸਕਲ ਕੋ ਕਰਮ ਤਿਸੀ ਨੇ ਠਾਨਾ। ਜੋ ਕੁਝ ਵੀ ਹੋ ਰਿਹਾ ਨਾ ਮਹਾਰਾਜ, ਬਾਦਸ਼ਾਹ ਜਿਵੇਂ ਵੀ ਇੱਥੇ ਫਰਮਾਨ ਭੇਜਦਾ ਹੈ, ਗੁਰੂ ਘਰ ਨਾਲ ਵਿਗਾੜ ਪੈ ਰਿਹਾ ਹਕੂਮਤ ਦਾ, ਉਹ ਸਾਰੇ ਕਾਸੇ ਦਾ ਦੋਸ਼ੀ ਕੇਵਲ ਤੇ ਕੇਵਲ ਚੰਦੂ ਪਾਪੀ ਹੈ। ਅਹਦੀ ਤੇ ਸੁਨ ਕੀਨ ਪਸਾਓ। ਇਹ ਅਹਿਦੀਏ ਦੀ ਬੇਨਤੀ ਸੁਣ ਕੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਤਿਗੁਰ ਦੇਤ ਭਏ ਸਿਰ ਪਾਓ। ਉਸ ਅਹਿਦੀਏ ਤੇ ਖਾਲਸਾ ਜੀ ਬੜੀ ਹਜ਼ੂਰ ਨੇ ਕਿਰਪਾ ਕੀਤੀ ਤੇ ਮਹਾਰਾਜ ਨੇ ਗੁਰੂ ਘਰੋਂ ਸਿਰੋਂ ਪਾਓ ਦੇ ਕੇ ਬਖਸ਼ਿਸ਼ ਕੀਤੀ ਹੈ, ਨਿਹਾਲ ਕੀਤਾ ਹੈ। ਬੁਰਾ ਜੋ ਹੋਏ ਆਪ ਘਰ ਜਾਹੈ। ਤੇ ਨਾਲ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ ਗੁਰੂ ਅਰਜਨ ਦੇਵ ਸਾਹਿਬ ਕਿ ਭਾਈ ਗੁਰਮੁਖਾ, ਜਿਹੜਾ ਬੁਰਾ ਕਰਦਾ ਹੈ ਨਾ ਕਿਸੇ ਦਾ, ਉਸੇ ਬੁਰਾਈ ਵਿੱਚ ਆਪ ਹੀ ਗਲ ਕੇ ਮਰਦਾ ਹੈ। ਮੂਰਖ ਆਪਣੋ ਕੀਤਾ ਪੈ ਹੈ। ਮੂਰਖ ਲੋਕ ਜਿਹੜੇ ਆਪ ਦਾ ਕੀਤਾ ਪਾਉਂਦੇ ਆ, ਦੱਦਾ ਦੋਸ ਨਾ ਦਿਓ ਕਿਸੇ ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਹਾ, ਕਰਮ ਖੇਤ ਜੋ ਬੀਜੀਐ ਸੋ ਅੰਤ ਖਲੋਇਆ ਆਏ। ਜਿਹੜਾ ਕੁਝ ਬੀਜਦੇ ਆ ਉਹ ਵੱਢਣਾ ਪੈਂਦਾ ਹੈ। ਇਸ ਕਰਕੇ ਮੂਰਖ ਲੋਕ ਪਾਪ ਕਰਦੇ ਆ ਤੇ ਫਿਰ ਪਾਪਾਂ ਦੀ ਸਜ਼ਾ ਵੀ ਭੋਗਦੇ ਹਨ। ਰੁਖ ਸਦ ਹੋਏ ਅਹਦੀ ਚੱਲ ਆਇਓ। ਮਹਾਰਾਜ ਨੇ ਬੜੇ ਪ੍ਰੇਮ ਨਾਲ ਇਹਨੂੰ ਰੁਖਸਤ ਕੀਤਾ। ਅਹਿਦੀਆ
ਮਹਾਰਾਜ ਸਤਿਗੁਰਾਂ ਦੇ ਘਰੋਂ ਅੰਮ੍ਰਿਤਸਰੋਂ ਤੁਰਿਆ ਲਾਹੌਰ ਨੂੰ। ਚੰਦੂ ਸੰਗ ਕਹਿਤ ਇਮ ਪਇਓ, ਚੰਦੂ ਦੇ ਪਾਸ ਲਾਹੌਰ ਆ ਕਰਕੇ ਇਹ ਕਹਿਣ ਲੱਗਿਆ ਹੈ ਮੁਝ ਕੋ ਕਹਿਓ ਆਪ ਹਮ ਆਵੈ। ਕਿ ਦੀਵਾਨ ਚੰਦੂ, ਮੈਂ ਤੁਹਾਡਾ ਪੱਤਰ ਸ਼ਾਹੀ ਫਰਮਾਨ ਦੇ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਨੂੰ, ਤੇ ਪਾਤਸ਼ਾਹ ਨੇ ਅੱਗੋਂ ਇਹ ਬਚਨ ਕੀਤਾ ਵੀ ਅਸੀਂ ਆਪ ਚੱਲ ਕੇ ਲਾਹੌਰ ਆਵਾਂਗੇ। ਕਹੈ ਸ਼ਾਹ ਸੋ ਤਾਹਾਂ ਦਿਵਾਵੈ, ਤੇ ਜੋ ਸ਼ਾਹ ਬਾਦਸ਼ਾਹ ਕਹਿੰਦਾ ਇੱਥੇ ਆ ਕਰਕੇ ਅਸੀਂ ਸਾਰਾ ਕੁਝ ਨਵੇੜਾ ਕਰ ਦਿਆਂਗੇ। ਜੋ ਬਾਦਸ਼ਾਹ ਜਹਾਂਗੀਰ ਕਹਿੰਦਾ ਹੈ ਵੀ ਸੱਚ ਕੀ ਆ ਝੂਠ ਕੀ ਆ, ਸਾਰੇ ਦਾ ਨਵੇੜਾ ਕਰ ਦੇਵਾਂਗੇ। ਸੁਣ ਖੁਣ ਸਿਓ ਗਮਨਿਓ ਟਿਗ ਸ਼ਾਹੂ। ਚੰਦੂ ਨੂੰ ਸੁਣ ਕੇ ਨਾ ਸਾਧ ਸੰਗਤ ਜੀ ਤੇ ਬਹੁਤ ਬੁਰਾ ਲੱਗਾ, ਕਿਉਂਕਿ ਹੰਕਾਰ ਨੂੰ ਸੱਟ ਵੱਜੀ ਹੈ। ਚਾਹੁੰਦਾ ਸੀ ਵੀ ਮਹਾਰਾਜਾ ਜੀ ਦੇ ਨਾਲ ਹੀ ਆ ਜਾਣਗੇ। ਐਡਾ ਰੋਬ ਭਰਿਆ ਹੁਕਮ ਫਰਮਾਨ ਸੁਣ ਕੇ ਪਾਤਸ਼ਾਹ ਕਹਿੰਦੇ ਅਸੀਂ ਆਪ ਆਵਾਂਗੇ। ਸੁਣ ਕੇ ਤੇ ਚੰਦੂ ਬੜਾ ਖੁਣਸਿਆ ਹੈ, ਮੱਥੇ ਵੱਟ ਪਾ ਲਿਆ ਹੈ। ਕਰੀ ਅਰਜ ਹਵੈ ਕਰ ਤਬ ਪਾਹੂ। ਆਖਿਆ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸੁਣ ਕੇ ਨਾ ਤੇ ਇਹ ਚੰਦੂ ਪਾਪੀ ਜਿਹੜਾ ਹੈ ਮਨ ਕਰਕੇ ਖੁਣਸ ਖਾਂਦਾ ਹੋਇਆ ਜਾ ਬਾਦਸ਼ਾਹ ਜਹਾਂਗੀਰ ਕੋਲ ਪਹੁੰਚਿਆ ਵੈ। ਕਰੀ ਅਰਜ ਹਵੈ ਕਰ ਤਬ ਪਾਹੂ। ਬੇਨਤੀ ਜੀ ਕਰਕੇ ਨਾ ਢਿੱਲਾ ਜਾ ਪੈ ਕੇ ਸਿਰ ਜਾ ਸੁੱਟ ਕੇ ਬੜੀ ਬੇਨਤੀ ਕਰਨ ਲੱਗ ਪਿਆ। ਨਹਿ ਸ਼੍ਰੀ ਅਰਜਨ ਧਨ ਕੁਛ ਦੀਨੋ। ਕਹਿੰਦਾ ਬਾਦਸ਼ਾਹ ਜਾਂਪਣਾ ਵੇਖੋ ਕਿੱਡੇ ਹੰਕਾਰੇ ਗੁਰੂ ਅਰਜਨ ਦੇਵ ਜੀ, ਤੁਸਾਂ ਉਹਨਾਂ ਨੂੰ ਫਰਮਾਨ ਭੇਜਿਆ ਹੈ ਤੇ ਉਹਨਾਂ ਕੋਈ ਦੀਵਾਨੀ ਧਨ ਦੀ 2 ਲੱਖ ਤਾਂ ਦੂਰ ਇੱਕ ਪੁੱਟੀ ਕੌਡੀ ਨਹੀਂ ਦਿੱਤੀ ਹੈ। ਅਹਦੀ ਸੰਗ ਨ ਆਵਨ ਕੀਨੋ। ਤੇ ਤੁਸੀਂ ਆਖਿਆ ਸੀ ਵੀ ਲਾਹੌਰ ਪਹੁੰਚੋ ਤੇ ਉਹ ਤਾਂ ਮਾਇਆ ਕੀ ਦੇਣੀ ਹੈ, ਆਪ ਵੀ ਤੁਹਾਡੀ ਕਚਹਿਰੀ ਵਿੱਚ ਪੇਸ਼ ਨਹੀਂ ਹੋਏ ਦੀਏ ਭੇਜੇ ਦੇ ਨਾਲ। ਨਹੀਂ ਤਰਾਸ ਕੁਛ ਕਰਹਿ ਤੁਮਾਰੂ। ਇਹ ਤਾਂ ਸਾਫ਼ ਹੀ ਦਿਸਦਾ ਪਿਆ ਹੈ ਵੀ ਗੁਰੂ ਅਰਜਨ ਦੇਵ ਤੁਹਾਡਾ ਥੋੜਾ ਮਾਤਰ ਵੀ ਡਰ ਭੈ ਨਹੀਂ ਰੱਖਦੇ ਐ। ਹੁਕਮ ਅਦੂਲੀ ਗੁਣ ਹੈ ਵਿਚਾਰੋ। ਤੁਸੀਂ ਵੇਖੋ ਜਰਾ ਗੁਣ ਨਾ ਵਿਚਾਰੋ ਉਹਨਾਂ ਦੇ, ਹੁਕਮ ਅਦੂਲੀ ਵੇਖੋ ਕਿੱਡੀ ਬੜਾ ਵੱਡਾ ਗੁਨਾਹ ਕੀਤਾ ਉਹਨਾਂ ਨੇ। ਤੋ ਦਿੱਲੀ ਦੀ ਸਲਤਨਤ, ਦਿੱਲੀ ਦੇ ਦਰਬਾਰ ਦੇ ਹੁਕਮ ਨੂੰ ਠੁਕਰਾ ਦਿੱਤਾ ਹੈ। ਸ਼ਾਹੂ ਕਹਿਓ ਕੋ ਦਿਨ ਕਰ ਮਾਉਨ। ਤੇ ਬਾਦਸ਼ਾਹ ਜਾਂ ਕਰ ਕਹਿੰਦਾ ਚੰਦੂ ਕੁਝ ਦਿਨ ਵਾਸਤੇ ਹੁਣ ਤੂੰ ਜਰਾ ਹੌਸਲਾ ਰੱਖ। ਨਹਿ ਨਾ ਪਠਾਵਹ ਮਾਨਵ ਕੌਣ। ਹੁਣ ਕੋਈ ਵੀ ਮਨੁੱਖ ਆਪਾਂ ਗੁਰੂ ਅਰਜਨ ਦੇਵ ਦੇ ਘਰ ਵਿੱਚ ਨਹੀਂ ਭੇਜਣਾ ਹੈ। ਜੇ ਨਹਿ ਆਵਹਿ ਤਹਿ ਟਿਕ ਰਹੈ। ਕੁਝ ਕੁ ਦਿਨ ਡੀਕਾਂਗੇ, ਜੇ ਗੁਰੂ ਅਰਜਨ ਦੇਵ ਸਾਹਿਬ ਸਾਡੇ ਪਾਸ ਲਾਹੌਰ ਨਾ ਆਏ ਤਾਂ ਪੁਨ ਤਿਉ ਕਰਹਿ ਜਥਾ ਤੂੰ ਕਹੈ। ਫਿਰ ਜਿਵੇਂ ਤੂੰ ਆਖੇਂਗਾ ਪੌਵੇਂ ਕਰ ਲਵਾਂਗੇ। ਫੌਜ ਭੇਜ ਕੇ ਗ੍ਰਿਫਤਾਰ ਕਰਵਾ ਦੇਈਂ, ਜਿਵੇਂ ਤੈਨੂੰ ਠੀਕ ਲੱਗਾ, ਤੈਨੂੰ ਪੂਰੀ ਖੁੱਲ੍ਹ ਹੈ। ਪਰ ਕੁਝ ਦਿਨ ਰੁਕ ਜਾ, ਜੇ ਨਾ ਆਏ ਗੁਰੂ ਅਰਜਨ ਦੇਵ ਸਾਹਿਬ ਤੇ ਜਿਵੇਂ ਤੂੰ ਕਹੇਂਗਾ ਉਸੇ ਤਰ੍ਹਾਂ ਹੋਵੇਗਾ। ਇਤ ਸ਼੍ਰੀ ਅਰਜਨ ਸਭ ਕੁਛ ਜਾਨਾ। ਇਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਾਧ ਸੰਗਤ ਜੀ ਸਾਰਾ ਕੁਝ ਜਾਣ ਰਹੇ ਹੈ ਵੀ ਚੰਦੂ ਕਿਵੇਂ ਸਾਜ਼ਿਸ਼ ਦੇ ਨਾਲ ਜਾਲ ਬੁਣ ਰਿਹਾ ਹੈ। ਹੁਣ ਹਾਰ ਬਿਰਤੰਤ ਮਹਾਨਾ। ਸੱਚੇ ਪਾਤਸ਼ਾਹ ਜੀ ਜਾਣਦੇ ਹੈ ਵੀ ਇਹ ਤਾਂ ਹੋਣਹਾਰ ਹੈ, ਵੀ ਇਹ ਤਾਂ ਹੋ ਹੀ ਜਾਣੀ ਹੈ, ਹੋਣੀ ਹੈ। ਸਮਾਂ ਪਾ ਕਰਕੇ ਸਭ ਕੁਝ ਹੋਣਾ ਹੀ ਸੀ। ਸਤਿਗੁਰੂ ਸਭ ਕੁਝ ਜਾਣਦੇ ਆ ਵੀ ਸਾਡੇ ਹੀ ਰਚੇ ਕੌਤਕ ਹੈ ਤੇ ਅਸੀਂ ਇਹ ਕਰਨੇ ਹਨ। ਸ਼੍ਰੀ ਗੁਰੂ ਗ੍ਰੰਥ ਥਿਰਹਿ ਜਹਰੈਨ। ਕਾਰਨ ਕਰਨ ਹਾਰ ਸੁਆਮੀ ਆਪਨ ਹਾਥ ਸੰਜੋਗੀ। ਤੋ ਦਾਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਭ ਕਾਰਨਾਂ ਦੇ ਕਰਨ ਵਾਲੇ ਹਨ। ਸਤਿਗੁਰੂ ਜੀ ਸਭ ਕੁਝ ਜਾਣਦੇ ਹੈ। ਤੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਥਾਨ ਹੈ ਨਾ, ਸੁੱਖ ਆਸਣ ਹੁੰਦਾ ਖਾਲਸਾ ਜੀ, ਕੋਠਾ ਸਾਹਿਬ ਦਾ ਸਥਾਨ। ਜਦੋਂ ਆਪਾਂ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਚੜ੍ਹਦੇ ਹਾਂ ਨਾ, ਅਕਾਲ ਬੁੰਗਾ ਸਾਹਿਬ ਦੀਆਂ, ਤੇ ਦਰਵਾਜ਼ੇ ਵਿੱਚ ਵੜਦਿਆਂ ਸਾਰ ਖੱਬੇ ਹੱਥ ਇੱਕ ਵੱਡਾ ਸੁੰਦਰ ਕਮਰਾ ਬਣਿਆ, ਜਿਹਦੇ ਤੇ ਪਲੰਘੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁੱਖ ਆਸਣ ਸਰੂਪ ਹੁੰਦਾ ਹੈ। ਇਹਨੂੰ ਕੋਠਾ ਸਾਹਿਬ ਦਾ ਸਥਾਨ ਵੀ, ਕੋਠੜੀ ਸਾਹਿਬ ਵੀ ਕਹਿੰਦੇ ਆ, ਸੁੱਖ ਆਸਣ ਸਥਾਨ ਵੀ ਕਹਿੰਦੇ ਆ। ਕੋਠਾ ਸਾਹਿਬ ਖਾਸ ਕਰਕੇ ਤੋ ਇਹ ਕੋਠਾ ਸਾਹਿਬ ਦੇ ਸਥਾਨ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਰਾਤ ਹੁੰਦੀ ਸੀ ਤੇ ਉਹ ਪਲੰਘੇ ਦੇ ਹੇਠਾਂ ਚਿੱਟਾ ਵਿਛਾਉਣਾ ਵਿਛਾ ਕੇ ਧਰਤੀ ਤੇ ਲੇਟ ਜਾਂਦੇ ਹੁੰਦੇ ਸਨ। ਕਦੇ ਗੁਰੂ ਕੇ ਮਹਿਲ ਜਾ ਕੇ ਰਾਤ ਬਰਾਜਦੇ, ਨਹੀਂ ਤਾਂ ਇੱਥੇ ਹੀ ਜ਼ਿਆਦਾ ਰਹਿੰਦੇ। ਜਿਹੜਾ ਗੁਰੂ ਕੇ ਕੋਠਾ ਸਾਹਿਬ ਦਾ ਸਥਾਨ ਹੈ ਨਾ, ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇੱਥੇ ਪਹੁੰਚੇ, ਇੱਥੇ ਖੜੇ ਜਾਂ ਬੈਠੇ ਹੋਏ ਹਨ। ਤਿਸ ਥਲ ਬੈਠੇ ਜਿਨ ਕਹਿ ਪੈ ਨਾ। ਜਿਸ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕਿਸੇ ਜਰਵਾਣੇ ਦਾ ਕੋਈ ਭੈ ਡਰ ਨਹੀਂ, ਪ੍ਰਵਾਹ ਨਾਹੀ ਕਿਸੈ ਕੇਰੀ ਬਾਝ ਸੱਚੇ ਨਾਹ।
ਇਹਨਾਂ ਨੂੰ ਕਿਸੇ ਦਾ ਭੈ ਨਹੀਂ, ਕਿਉਂਕਿ ਪਰਮੇਸ਼ਰ ਖਾਲਸਾ ਜੀ ਨਿਰਭਉ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਰਮੇਸ਼ਰ ਹਨ ਤੇ ਪਰਮੇਸ਼ਰ ਨਿਰਭਉ ਹੈ, ਕਿਸੇ ਦਾ ਡਰ ਡੁੱਕਰ ਨਹੀਂ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕੋਠਾ ਸਾਹਿਬ ਦੇ ਅਸਥਾਨ ਤੇ ਸਜੇ ਹੋਏ ਐ। ਬ੍ਰਿਧ ਆਪਣੀ ਨਿਕਟ ਹਕਾਰਾ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਸੱਦਾ ਭੇਜਿਆ ਤੇ ਕੋਠਾ ਸਾਹਿਬ ਬੁਲਾ ਲਿਆ ਹੈ। ਸਾਦਰ ਪਾਖਤ ਤਹਿ ਬੈਠਾਰਾ, ਬੜੇ ਆਦਰ ਸਤਿਕਾਰ ਨਾਲ ਆਖਿਆ, ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਮਹਾਂਪੁਰਖੋ ਇੱਥੇ ਸਾਡੇ ਪਾਸ ਬੈਠ ਜਾਓ। ਪੁਰਨ ਸ਼੍ਰੀ ਹਰਗੋਬਿੰਦ ਬੁਲਾਏ, ਫਿਰ ਹਰਗੋਬਿੰਦ ਸਾਹਿਬ ਆਪਣੇ ਸਾਹਿਬਜ਼ਾਦੇ ਨੂੰ ਵੀ ਬੁਲਾ ਲਿਆ ਹੈ। ਯੁਤ ਗੁਰਦਾਸ ਤਹਾਂ ਚਲ ਆਏ, ਭਾਈ ਗੁਰਦਾਸ ਸਾਹਿਬ ਜੀ ਸਮੇਤ ਸੱਚੇ ਪਾਤਸ਼ਾਹ ਸਾਹਿਬਜ਼ਾਦਾ ਜੀ ਵੀ ਆ ਗਏ ਹਨ। ਕਰੇ ਪ੍ਰੇਮ ਕੋ ਨਿਕਟ ਬਿਠਾਏ, ਬੜਾ ਪ੍ਰੇਮ ਕਰਦੇ ਹੋਏ ਗੁਰੂ ਅਰਜਨ ਦੇਵ ਸਾਹਿਬ ਜੀਆਂ ਭਾਈ ਗੁਰਦਾਸ ਤੇ ਹਰਗੋਬਿੰਦ ਸਾਹਿਬ ਨੂੰ ਪਾਸ ਬਿਠਾ ਲਿਆ ਹੈ। ਅਬ ਸਮਰੱਥ ਹੋਏ ਬਲ ਪਾਏ, ਤੇ ਮਹਾਰਾਜ ਸਰੀਰ ਵੇਖਦੇ ਆ ਹਰਗੋਬਿੰਦ ਸਾਹਿਬ ਦਾ, ਆਇਆਂ ਨੂੰ ਨਾ ਸਤਿਗੁਰੂ ਵੇਖ ਕੇ ਖੁਸ਼ ਹੁੰਦੇ ਤੇ ਵਿਚਾਰਦੇ ਆ, ਬੋਲੇ ਆ ਮੂੰਹ ਮਹਾਰਾਜ ਕਿ ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਹੁਣ ਬਲ ਵਾਲੇ ਹੋ ਗਏ ਆ, ਜਵਾਨ ਗੱਭਰੂ ਹੋ ਗਏ, ਸਰੀਰ ਇਹਨਾਂ ਦਾ ਸਮਰੱਥਾ ਰੱਖਦਾ, ਹੁਣ ਇਹ ਕੁਝ ਵੀ ਕਰ ਸਕਦੇ ਹਨ। ਕਹੋ ਬੁੱਢਾ ਸ਼੍ਰੀ ਹਰਗੋਬਿੰਦ, ਤੇ ਫਿਰ ਕਹਿੰਦੇ ਐਵੇਂ ਹੀ ਆ ਨਾ ਗੱਲ, ਬਾਬਾ ਬੁੱਢਾ ਸਾਹਿਬ ਜੀ ਸੱਚੀ ਗੱਲ ਆ ਸਾਡੀ ਭਲਾ ਵੀ ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਹੁਣ ਵਾਕਿਆ ਹੀ ਸਮਰੱਥ ਹੋ ਗਏ ਆ, ਗੱਭਰੂ ਹੋ ਗਏ ਆ, ਸਾਰਾ ਕੁਝ ਸਾਂਭਣ ਦੇ ਲਾਇਕ ਹਨ। ਅਬ ਸੁਚੇਤ ਭੇਬਲੀ ਬਿਲੰਦ, ਸਾਡੇ ਬਚਨ ਸੱਚੇ ਆ ਨਾ ਬਾਬਾ ਬੁੱਢਾ ਸਾਹਿਬ ਜੀ, ਹੁਣ ਹਰਗੋਬਿੰਦ ਸਾਹਿਬ ਸੁਚੇਤ ਹੋ ਗਏ ਆ, ਬੱਚੇ ਨਹੀਂ ਰਹੇ, ਬਹੁਤ ਗੱਭਰੂ ਜਵਾਨ ਹੋ ਗਏ ਹਨ। ਗੁਰਤਾ ਗਾਦੀ ਬੈਠਨ ਜੋਗ, ਤੇ ਬੜੇ ਮਹਾਬਲੀ ਆ ਸਰੀਰ ਕਰਕੇ ਵੀ, ਤੇ ਇਹ ਗੁਰਤਾ ਗੱਦੀ ਤੇ ਬਹਿਣ ਦੇ ਵੀ ਹੁਣ ਯੋਗ ਹਨ, ਗੁਰਤਾ ਦਾ ਤਖਤ ਸੰਭਾਲਣ ਦੇ ਯੋਗ ਹੋ ਗਏ ਐ। ਦਹਿ ਦੁਸ਼ਟਨ ਕੇ ਕਰ ਸੋਗ, ਤੇ ਸਾਨੂੰ ਪਤਾ ਹੈ ਸਾਡੇ ਸਾਹਿਬਜ਼ਾਦਾ ਦੁਸ਼ਟਾਂ ਦੇ ਘਰ ਵਿੱਚ ਸੋਗ ਪਾ ਦੇਣਗੇ, ਮਾਤਮ ਛਾ ਦੇਣਗੇ। ਬ੍ਰਿਧ ਨੇ ਭਾਖਿਓ ਜੋਤ ਤੁਮਾਰੀ, ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਸੁਣ ਕੇ ਨਾ ਖਾਲਸਾ ਜੀ, ਹੁਣ ਬਾਬਾ ਬੁੱਢਾ ਸਾਹਿਬ ਜੀ ਬਹੁਤ ਸਿਆਣੇ ਆ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਮਹਾਰਾਜ ਗਰੀਬ ਨਵਾਜ ਜੀਆਂ ਤੋਂ ਲੈ ਕੇ ਸਾਰੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹੈ। ਸਿਆਣੇ ਪ੍ਰਵੀਨ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਜੀ ਮਹਾਰਾਜ ਹਜੂਰ ਇਹ ਕਿਹੜਾ ਵੱਖਰੇ ਹੈ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੀ ਤੁਹਾਡੀ ਜੋਤ ਹੈ, ਤੁਸੀਂ ਦੋ ਸਰੂਪਾਂ ਵਿੱਚ ਵਰਤ ਰਹੇ ਹੋ। ਹੋਏ ਵੀਰ ਬੜ ਆਯੁਧ ਧਾਰੀ, ਤੇ ਵਾਕਿਆ ਹੀ ਬੜੇ ਸੂਰਮੇ ਯੋਧੇ ਐ, ਬੜੇ ਸ਼ਸਤਰ ਧਾਰੀ ਹਨ ਤੇ ਹੋਣਗੇ ਵੀ। ਛਤਰਨ ਕੁਲ ਤੇ ਯੁੱਧ ਹਟਿਓ ਹੈ, ਬਾਕੀ ਮਹਾਰਾਜ ਪਿਛਲੇ ਸਮੇਂ ਤੋਂ ਛਤਰੀਆਂ ਦੀ ਕੁਲ 'ਚ ਯੁੱਧ ਹਟ ਗਿਆ ਸੀ, ਭਾਵ ਵੀ ਸ਼ਸਤਰਾਂ ਦਾ ਅਭਿਆਸ, ਜੰਗ ਯੁੱਧ ਦਾ ਅਭਿਆਸ, ਜੰਗ ਯੁੱਧ ਕਰਨੇ ਛਤਰੀਆਂ ਨੇ ਛੱਡ ਦਿੱਤੇ ਸਨ। ਰਾਜ ਤੇਜ ਕੋ ਸਕਲ ਕਟਿਓ ਹੈ, ਤੇ ਤੇਜ ਰਾਜ ਭਾਗ ਦਾ ਤੇਜ ਪ੍ਰਤਾਪ ਖੱਤਰੀਆਂ ਛਤਰੀਆਂ ਦੇ ਵਿੱਚੋਂ ਹੁਣ ਘਟ ਚੁੱਕਾ ਸੀ, ਜਿਨ੍ਹਾਂ ਦਾ ਧਰਮ ਸੀ ਯੁੱਧ ਕਰਨਾ, ਪਰ ਬੜੇ ਸਮੇਂ ਤੋਂ ਛਤਰੀਆਂ ਦੀ ਕੁਲ ਦੇ ਅੰਦਰ ਰਾਜ ਭਾਗ ਦਾ ਤੇਜ ਪ੍ਰਤਾਪ ਘਟ ਗਿਆ ਸੀ, ਜੰਗ ਯੁੱਧ ਦਾ ਅਭਿਆਸ ਤੇ ਜਾਂ ਜੰਗ ਯੁੱਧ ਮੁੱਕ ਗਏ ਸਨ। ਭਏ ਮਲੇਸ਼ ਸ਼ਸਤਰ ਵੱਡ ਧਾਰੀ, ਤੇ ਵੱਡੇ ਪਾਪੀ ਮਲੇਸ਼ ਛਤਰੀਆਂ ਦੇ ਸ਼ਸਤਰ ਛੱਡਣ ਕਰਕੇ ਆਪ ਸ਼ਸਤਰ ਧਾਰੀ ਹੋ ਗਏ ਤੇ ਤਖਤਾਂ ਦੇ ਮਾਲਕ ਬਣ ਬੈਠੇ ਐ। ਕਰਹਿ ਰਾਜ ਵੱਡ ਅਵਨੀ ਸਾਰੀ, ਸਾਰੀ ਧਰਤੀ ਦੇ ਉੱਪਰ ਮਲੇਸ਼ਾਂ ਦਾ ਬਹੁਤ ਭਾਰੀ ਰਾਜ ਛਾ ਰਿਹਾ ਹੈ, ਛਤਰੀਆਂ ਨੇ ਧਰਮ ਛੱਡ ਦਿੱਤਾ ਹੈ। ਛਤਰੀ ਧਰਮ ਦਰਿਓ ਨਹਿ ਭਾਸੈ, ਕਿਉਂਕਿ ਛਤਰੀਆਂ ਦਾ ਧਰਮ ਛੁਪ ਗਿਆ ਹੈ। ਸੱਚੇ ਪਾਤਸ਼ਾਹ ਅਸੀਂ ਜਾਣਦੇ ਹਾਂ ਤੁਹਾਨੂੰ ਛਤਰੀਆਂ ਦਾ ਯੁੱਧ ਦਾ ਧਰਮ ਭੁੱਲਿਆ ਹੋਇਆ ਚੰਗਾ ਨਹੀਂ ਲੱਗਦਾ ਹੈ। ਤਖਤ ਬੈਠ ਅਬ ਇਹੀ ਪ੍ਰਕਾਸ਼ੈ, ਤੇ ਹੁਣ ਤੁਸੀਂ ਛੇਵੇਂ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਮ ਰਖਾ ਕੇ ਤਖਤ ਤੇ ਬਹਿ ਕੇ ਤੇ ਛਤਰੀਆਂ ਦੀ ਰੀਤ ਪੂਰੀ ਕਰੋਗੇ, ਸਿੱਖਾਂ ਦੇ ਵਿੱਚ ਆਪ ਜੀ ਜੰਗ ਯੁੱਧ ਦਾ ਪ੍ਰਕਾਸ਼ ਕਰੋਗੇ, ਵੀਰ ਰਸ ਭਰ ਦੇਵੋਗੇ। ਜਬ ਕਬ ਜਗਤ ਵਿਪਰਜੈ ਹੋਤ, ਕਿਉਂਕਿ ਜਦੋਂ ਕਦੋਂ ਵੀ ਜੁਗਾਂ ਜੁਗਾਂ ਤੋਂ ਸੰਸਾਰ ਦੇ ਅੰਦਰ ਪਾਤਸ਼ਾਹ ਜੀ ਧਰਮ ਦੇ ਉੱਪਰ ਬੱਦਲ ਛਾ ਜਾਂਦੇ ਆ, ਪਾਪ ਦੇ, ਧਰਮ ਦੀ ਰੀਤ ਮਰਿਆਦਾ ਜਿਹੜੀ ਉਹ ਡਿੰਮੀ ਪੈਂਦੀ ਹੈ,
ਧਰਮ ਦੀ ਰੀਤ ਮਰਿਆਦਾ ਉਲਟ ਹੋ ਜਾਂਦੀ ਹੈ। ਤੁਮ ਤਨ ਧਾਰ ਮ੍ਰਿਜਾਦ ਉਦੋਤ। ਤੇ ਧਰਮ ਨੂੰ ਪ੍ਰਗਟ ਕਰਨ ਵਾਸਤੇ ਤੁਸੀਂ ਕੋਈ ਨਾ ਕੋਈ ਸਰੂਪ ਧਾਰਦੇ ਹੋ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ। ਆਪ ਜੁਗਾਂ ਜੁਗਾਂ ਤੋਂ ਧਰਮ ਨੂੰ ਉਬਾਰਨ ਵਾਸਤੇ ਅਵਤਾਰ ਧਾਰਦੇ ਹੋ। ਹਾਥ ਜੋਰ ਗੁਰਦਾਸ ਉਚਾਰੀ। ਤੇ ਧਰਮ ਦੀ ਮਰਿਆਦਾ ਪ੍ਰਗਟ ਕਰਦੇ ਹੋ। ਇਹ ਬਚਨ ਬਾਬਾ ਬੁੱਢਾ ਸਾਹਿਬ ਜੀ ਨੇ ਕਹੇ। ਇਹਨੇ ਨੂੰ ਭਾਈ ਗੁਰਦਾਸ ਸਾਹਿਬ ਜੀ ਹੱਥ ਜੋੜ ਕੇ ਬੋਲ ਪਏ ਐ। ਬ੍ਰਿਧ ਸਾਹਿਬ ਕੀ ਉਪਮਾ ਪਾਰੀ। ਸੱਚੇ ਪਾਤਸ਼ਾਹ ਜੀ, ਇਹ ਬਾਬਾ ਬੁੱਢਾ ਸਾਹਿਬ ਦੀ ਸਾਰੀ ਸਿੱਖੀ ਦਾ ਮੁੱਢ ਹੈ। ਪੁਰਾਣੇ ਸਿੱਖ ਹੈ ਤੇ ਇਹਨਾਂ ਦੇ ਬਚਨ ਬਿਲਕੁਲ ਯੋਗ ਯਥਾਰਥ ਹਨ। ਸ਼੍ਰੀ ਨਾਨਕ ਆਦਿਕ ਗੁਰ ਸਾਰੇ। ਕਿਉਂਕਿ ਇਸ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਤੁਹਾਡੇ ਤੀਕਰ ਸਾਰੇ ਸਤਿਗੁਰਾਂ ਦੇ ਬਹੁ ਸੇਵਾ ਕਰ ਸਦਾ ਨਿਹਾਰੇ। ਨਾਲੇ ਦਰਸ਼ਨ ਬੜੇ ਕੀਤੇ ਐ ਖੁੱਲੇ ਡੁੱਲੇ ਤੇ ਸਦਾ ਨਾਲ ਰਹਿ ਕੇ ਸੇਵਾ ਵੀ ਨਿਭਾਈ ਹੈ। ਸਫਲ ਹੈ ਬਾਕ ਸਰਾਪ ਅਰ ਬਰ ਕੋ। ਤੇ ਬਾਬਾ ਬੁੱਢਾ ਸਾਹਿਬ ਐਸੇ ਮਹਾਂਪੁਰਖ ਹੈ। ਮਹਾਰਾਜ ਇਹਨਾਂ ਦਾ ਮੂੰਹ ਨਿਕਲਿਆ ਬਚਨ ਚਾਹੇ ਸਰਾਪ ਦਾ ਹੋਵੇ ਤੇ ਚਾਹੇ ਫਲ ਦਾ ਹੋਵੇ, ਇਹਨਾਂ ਦਾ ਵਰ ਤੇ ਸਰਾਪ ਦੋਵੇਂ ਪੂਰੇ ਹੁੰਦੇ ਹਨ। ਬ੍ਰਹਮ ਅਸਤਰ ਜਿਮ ਰਘਵਰ ਕਰ ਕੋ। ਜਿਵੇਂ ਰਾਮਚੰਦਰ ਦੇ ਹੱਥੋਂ ਛੁੱਟਿਆ ਬ੍ਰਹਮ ਅਸਤਰ ਖਾਲੀ ਨਹੀਂ ਜਾਂਦਾ ਹੈ। ਭਏ ਪੰਚ ਗੁਰ ਸ਼ਾਂਤ ਸਰੂਪ। ਤੇ ਆਪ ਮਹਾਰਾਜ ਪੰਜ ਗੁਰਿਆਈ ਤਖਤ ਆਪ ਦੀਆਂ ਮਾਣੇ ਐ, ਪੰਜ ਸਰੂਪ ਧਾਰੇ ਐ ਤੇ ਬੜੇ ਸ਼ਾਂਤੀ ਸਰੂਪ ਹੋਏ ਹੋ ਹੁਣ ਤੀਕਰ। ਆਪ ਦੀਆਂ ਸ਼ਾਂਤੀ ਸੁਭਾਅ ਸ਼ਾਂਤੀ ਸਰੂਪ ਧਾਰ ਕੇ ਰੱਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹੁਣ ਤੀਕਰ। ਕਰ ਗੁਰ ਸਿੱਖੀ ਰੀਤ ਅਨੂਪ। ਤੇ ਗੁਰੂ ਸਿੱਖੀ ਦੀ ਰੀਤ ਆਪ ਦੀਆਂ ਅਨੂਪਮ ਹੀ ਕੀਤੀ ਆ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਫੈਲਾ ਕੀਤਾ। ਜੀਵਾਂ ਨੂੰ ਨਾਮ ਦੇ ਨਾਲ ਜੋੜ ਕੇ ਆਪ ਜੀਆਂ ਬੜਾ ਸੁਖ ਬਖਸ਼ਿਆ ਹੈ। ਦੇਤ ਰਹੇ ਸ਼ਾਂਤੀ ਉਪਦੇਸ਼। ਤੇ ਹੁਣ ਤੀਕਰ ਆਪ ਜੀ ਸ਼ਾਂਤੀ ਸਰੂਪ ਧਾਰ ਕੇ ਤੇ ਸਿੱਖਾਂ ਨੂੰ ਸ਼ਾਂਤ ਰਹਿਣ ਦਾ ਤੋ ਪ੍ਰੇਮਾ ਭਾਉ ਭਗਤੀ ਦਾ ਉਪਦੇਸ਼ ਦਿੰਦੇ ਰਹੇ ਹੋ। ਜਿਹ ਸੁਨ ਕਾਟੇ ਸਕਲ ਕਲੇਸ਼। ਤੁਹਾਡੇ ਮੂੰਹੋਂ ਪੰਜ ਸਰੂਪਾਂ ਦੇ ਦੁਆਰਾ ਜਿਹੜੇ ਜਿਹੜੇ ਵੀ ਉਪਦੇਸ਼ ਸਿੱਖਾਂ ਸੁਣੇ ਸਭ ਦੇ ਕਲੇਸ਼ ਕੱਟੇ ਗਏ। ਇਹੋ ਜਿਹੇ ਉਪਦੇਸ਼ ਇਹੋ ਜਿਹੀ ਸਿੱਖਿਆ ਆਪ ਦੀਆਂ ਸੰਗਤ ਨੂੰ ਸਿੱਖਾਂ ਨੂੰ ਪ੍ਰਾਣੀ ਮਾਤਰ ਨੂੰ ਬਖਸ਼ੀ ਹੈ। ਅਬ ਸਾ ਯੁੱਧ ਗੁਰ ਹੋਵਹਿ ਆਪ। ਪਰ ਮਹਾਰਾਜ ਹੁਣ ਛੇਵੇਂ ਜਾਮੇ ਵਿੱਚ ਆਪ ਸਹਿਤ ਸ਼ਾਸਤਰ ਦੇ ਭਾਰੀ ਮਹਾਬਲੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਵੋਗੇ। ਸਿੱਖ ਸਾ ਯੁੱਧ ਕਰ ਬਦਹਿ ਪ੍ਰਤਾਪ। ਤੇ ਸ਼ਾਸਤਰ ਦੇ ਸਹਿਤ ਹੋਣ ਕਰਕੇ ਸਿੱਖਾਂ ਦੇ ਵਿੱਚ ਬੜਾ ਭਾਰੀ ਪ੍ਰਤਾਪ ਵੱਧ ਜਾਵੇਗਾ। ਅਪਰ ਕੌਣ ਸਮਰੱਥ ਇਸ ਕਾਲ। ਬਾਕੀ ਧਰਮ ਡੁੱਬ ਰਿਹਾ ਹੈ ਮਹਾਰਾਜ, ਤੇ ਧਰਮ ਨੂੰ ਬਾਹਰ ਕੱਢਣ ਵਾਸਤੇ ਤੁਹਾਡੇ ਤੋਂ ਬਿਨਾਂ ਸੰਸਾਰ ਵਿੱਚ ਹੋਰ ਕੌਣ ਸਮਰੱਥ ਹੈ ਜਿਹੜਾ ਜ਼ੁਲਮ ਨੂੰ ਠੱਲ ਨਾ ਪਾ ਸਕੇ, ਜਾਂ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਹੈ ਸੰਸਾਰ ਵਿੱਚ ਕੋਈ ਸਮਰੱਥ? ਤੁਹਾਡੇ ਤੋਂ ਬਿਨਾਂ ਮਹਾਰਾਜ ਹੋਰ ਕੋਈ ਨਹੀਂ ਹੈ। ਸਭ ਛਿਤ ਤੁਰਕਨ ਰਾਜ ਵਿਸਾਲ। ਮਹਾਰਾਜ ਪਾਪੀ ਤੁਰਕੜਿਆਂ ਦਾ ਸਾਰੀ ਧਰਤੀ ਤੇ ਰਾਜ ਹੋ ਰਿਹਾ ਹੈ। ਰਾਜ ਭਾਗ ਭੋਗ ਰਹੇ ਹੈ, ਮਨ ਭਾਉਂਦੇ ਜ਼ੁਲਮ ਕਰਦੇ ਹਨ। ਰਾਵਰ ਤੇ ਹੋਵੈ ਬਿਦਸਾਰੀ। ਮਹਾਰਾਜ ਇਹ ਹੁਣ ਜਿਹੜੀ ਵੀ ਧਰਮ ਦਾ ਬੋਲਬਾਲਾ ਹੋਣਾ, ਧਰਮੀਆਂ ਦਾ ਜੈ ਜੈਕਾਰ ਤੇ ਪਾਪੀਆਂ ਨੂੰ ਜਿਹੜਾ ਦੰਡ ਮਿਲਣਾ ਹੈ ਨਾ, ਮਹਾਰਾਜ ਕਿਸੇ ਹੋਰ ਨਹੀਂ ਦੇਣਾ, ਇਹ ਤੁਹਾਡੇ ਘਰ ਤੋਂ ਹੀ ਬਾਣ ਆਵੇਗੀ। ਤੁਹਾਡਾ ਘਰ ਹੀ ਮਹਾਰਾਜ ਇਹ ਸਮਰੱਥਾ ਰੱਖਦਾ ਹੈ ਪਾਪੀਆਂ ਦਾ ਮੁਕਾਬਲਾ ਕਰਕੇ, ਉਹਨਾਂ ਨੂੰ ਮਾਰ ਖਪਾ ਕੇ ਤੇ ਧਰਮ ਦੀ ਜੈ ਜੈਕਾਰ, ਧਰਮ ਦਾ ਜਿਹੜਾ ਤੁਜਾ ਨਿਸ਼ਾਨ ਝੁਲਾ ਦੇਵੇ। ਸੱਚੇ ਪਾਤਸ਼ਾਹ ਜੀ, ਇਹ ਸਾਰੀ ਵਿਧੀ ਆਪ ਜੀ ਤੋਂ ਹੀ ਬਣ ਆਉਂਦੀ ਹੈ। ਆਪ ਹੀ ਪੰਜ ਸਰੂਪ ਸ਼ਾਂਤੀ ਦੇ ਧਾਰੇ ਹੈ ਤੇ ਹੁਣ ਆਪ ਹੀ ਸ਼ਸਤਰ ਧਾਰੀ ਮਹਾਬਲੀ ਮਹਾ ਯੋਧਾ ਅਜਾਨ ਬਾਹੂ ਬੰਦੀ ਛੋੜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਣ ਰਹੇ ਹੋ। ਹਿੰਦ ਧਰਮ ਕੋ ਲਿਹੋ ਉਬਾਰੀ। ਮਹਾਰਾਜ ਡੁੱਬਦੇ ਹੋਏ ਹਿੰਦੂ ਧਰਮ ਨੂੰ ਆਪ ਜੀ ਸ਼ਸਤਰ ਦੀ ਨੋਕ ਦੇ ਨਾਲ ਉਬਾਰ ਦਿਓ ਇਸ ਸਮੁੰਦਰ ਪਾਪ ਦੇ ਵਿੱਚੋਂ। ਇਮ ਸੁਣ ਕਰ ਸ੍ਰੀ ਅਰਜਨ ਨਾਥ। ਇਹ ਬਚਨ ਸੁਣ ਕੇ ਖਾਲਸਾ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਿਹੜੇ ਸਾਰੇ ਸੰਸਾਰ ਦੇ ਮਾਲਕ ਸੁਆਮੀ ਹਨ, ਉੱਠੇ ਹਰਖ ਲੈ ਸ੍ਰੀ ਫਲ ਹਾਥ। ਬੜੀ ਖੁਸ਼ੀ ਖੁਸ਼ੀ ਉੱਠ ਖੜੇ ਹੋਏ ਤੇ ਆਪਣੇ ਹੱਥ ਦੇ ਵਿੱਚ ਨਾਲੀਅਰ ਲੈ ਕਰਕੇ ਕਰੀ ਪ੍ਰਦਕਸ਼ਨ ਫਿਰ ਕਰ ਤੀਨ। ਤਿੰਨ ਪ੍ਰਦਕਸ਼ਣਾ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕੋਠਾ ਸਾਹਿਬ ਵਾਲੇ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬਜ਼ਾਦੇ ਦੀਆਂ ਤਿੰਨ ਪ੍ਰਕਰਮਾਂ ਹੱਥ ਵਿੱਚ ਨਾਰੀਅਲ ਲੈ ਕਰਕੇ ਕੀਤੀਆਂ ਨੇ। ਜਗਤ ਰੀਤ ਸੁਤ ਲਖਿਓ ਪ੍ਰਬੀਨ। ਤੇ ਸੰਸਾਰ ਦੀ ਰੀਤੀ ਵਿੱਚ
ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਤਖਤ ਸਾਂਭਣ ਦੇ ਵਿੱਚ, ਗੁਰਿਆਈ ਦੇ ਵਾਸਤੇ, ਸਮਰੱਥ ਤਖਤ ਵਾਸਤੇ, ਅਜਰ ਨੂੰ ਜਰਨ ਵਾਸਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਸਿਆਣਾ ਤੇ ਸਮਰੱਥ ਮੰਨਿਆ ਜਾਣਿਆ ਹੈ। ਪੈਸੇ ਪੰਜ ਸਹਿਤ ਨਲੀਏਰ, 5 ਪੈਸੇ ਤੇ 1 ਨਾਲੀਰ ਜੋ ਹੈ। ਧਰ ਆਗੈ ਨਮਰੇ ਤਿਸ ਬੇਰ, ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਰੱਖ ਕੇ ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ 3 ਪਰਿਕਰਮਾ ਕਰਨ ਉਪਰੰਤ ਹਜ਼ੂਰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਦਿੱਤਾ ਹੈ। ਕਰੀ ਸਥਾਪਨ ਆਪਣੀ ਜੋਤ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿੱਚ ਆਪ ਦੀ ਜੋਤ ਰੱਖ ਕੇ ਤੇ ਮੱਥਾ ਟੇਕ ਦਿੱਤਾ ਕਿ ਅੱਜ ਤੋਂ ਸਭ ਸੰਗਤ ਦੇ ਸਿੱਖਾਂ ਦੇ, ਸਿੱਖ ਜਗਤ ਦੇ ਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਨ। ਸਭ ਗੁਰ ਕੋ ਆਈ ਜਿਮ ਹੋਤ, ਜਿਵੇਂ ਪਿਛਲੇ ਸਤਿਗੁਰਾਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣਾ ਗੁਰੂ ਅੰਗਦ ਦੇਵ ਸਾਹਿਬ ਨੂੰ ਮੱਥਾ ਟੇਕਿਆ 3 ਪਰਿਕਰਮਾ ਕਰਕੇ, ਨਾਲੀਰ ਰੱਖ ਕਰਕੇ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਤੋ ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਜਿਨ ਲਹਿਣਾ ਥਾਪ ਜੋਤ ਜਗ ਧਾਰੀ, ਲਹਿਣਾ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕਉ ਦੀਆ, ਅਮਰਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਧ ਅਪਿਓ। ਤੋ ਇਸੇ ਤਰ੍ਹਾਂ ਸਾਧ ਸੰਗਤ ਜੀ, ਰਾਮਦਾਸ ਗੁਰੂ ਜਗ ਤਾਰਨ ਕਉ, ਗੁਰਜੋਤ ਅਰਜੁਨ ਮਾਹੇ ਧਰੀ, ਜਿਹੜੀ ਮਰਿਆਦਾ ਬਣੀ ਆਈ ਹੈ ਸਤਿਗੁਰਾਂ ਦੇ ਘਰ ਦੀ ਕਿ ਮੱਥਾ ਟੇਕਿਆ ਜਾਂਦਾ ਜੋਤ ਅਗਲੇ ਸਰੂਪ ਦੇ ਵਿੱਚ ਰੱਖ ਕਰਕੇ, ਧਰ ਕਰਕੇ, ਸਤਾਪਤ ਸ਼ੁਭਾਇਮਾਨ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਵੀ ਕੀਤਾ ਹੈ। ਬੁੱਢੇ ਸਾਹਿਬ ਸੋ ਫੁਰਮਾਇਓ, ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰਾਂ ਨੇ ਕਹਿ ਦਿੱਤਾ ਵੈ, ਕਰਹਾ ਸਵਾਪ ਕਰਤ ਜਿਮ ਆਇਓ। ਆਖਿਆ ਬਾਬਾ ਬੁੱਢਾ ਸਾਹਿਬ ਜੀ ਹੁਣ ਤੁਹਾਡੀ ਵਾਰੀ ਹੈ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਤੋਂ ਲੈ ਕੇ ਤੁਸੀਂ ਕਰਦੇ ਆਏ ਹੋ ਨਾ, ਗੁਰਤਾ ਦੇ ਤਿਲਕ ਦਿੰਦੇ ਆਏ ਹੋ, ਲਓ ਹੁਣ ਤੁਸੀਂ ਆਪ ਦੀ ਸੇਵਾ ਸਾਂਭ ਲਵੋ। ਸ਼ੁਭ ਅਧਿਕਾਰ ਕਰਨ ਕੋ ਨੀਕਾ, ਕਿਉਂਕਿ ਇਹ ਸੋਹਣਾ ਸੁੰਦਰ ਅਧਿਕਾਰ ਤੁਹਾਡਾ ਹੈ ਬਾਬਾ ਬੁੱਢਾ ਸਾਹਿਬ ਜੀ। ਗੁਰੂ ਘਰ ਵਿੱਚ ਜਿੰਨੀਆਂ ਵੀ ਪਾਤਸ਼ਾਹੀਆਂ ਹੋਈਆਂ, ਤੁਸੀਂ ਆਪਦੇ ਹੱਥੀਂ ਟਿੱਕਾ ਲਾਉਂਦੇ ਰਹੇ ਹੋ, ਗੁਰਿਆਈ ਦਾ ਤਿਲਕ ਲਾਉਂਦੇ ਰਹੇ ਹੋ, ਤੇ ਕਿਰਪਾ ਕਰੋ ਬਾਬਾ ਬੁੱਢਾ ਸਾਹਿਬ ਜੀ, ਇਹ ਤੁਹਾਡਾ ਅਧਿਕਾਰ ਹੈ। ਉਠੋ ਤੇ ਹਰਗੋਬਿੰਦ ਸਾਹਿਬ ਨੂੰ ਗੁਰਤਾ ਦਾ ਤਿਲਕ ਦੇ ਦੇਵੋ। ਉਠਾ ਮੁਦਤ ਦੇਹੋ ਅਬ ਸੁਠ ਟੀਕਾ, ਆਨੰਦ ਦੇ ਸਹਿਤ ਉਠੋ ਤੇ ਸੁੰਦਰ ਕੇਸਰ ਦਾ ਟਿੱਕਾ ਹਰਗੋਬਿੰਦ ਸਾਹਿਬ ਦੇ ਮੱਥੇ ਤੇ ਕੱਢ ਦਿਓ ਗੁਰਿਆਈ ਦਾ। ਹਾਥ ਜੋਰ ਤਬ ਬ੍ਰਿਧ ਬਖਾਨਿਓ, ਇਹ ਬਚਨ ਸੁਣ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਜਿਸ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਕੌਤਕ ਜਿਹੜਾ ਗੁਰਿਆਈ ਦੇਣ ਦਾ ਬੜੀ ਵਾਰੀ ਹੁੰਦਾ ਵੇਖਿਆ, ਤੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੱਕ ਵੇਖਿਆ, ਅੱਜ 5ਵੀਂ ਵਾਰੀ ਵੇਖ ਰਹੇ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵੇਖ ਕੇ ਇਹ ਸਾਰਾ ਮਹਾਰਾਜ ਦਾ ਕੌਤਕ ਗੁਰਿਆਈ ਦੇ ਕੇ ਮੱਥਾ ਟੇਕਿਆ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ। ਇਸ ਸਿਆਣੇ ਬਾਬਾ ਬੁੱਢਾ ਸਾਹਿਬ ਜੀਆਂ ਹੱਥ ਜੋੜ ਲਏ ਤੇ ਹਜ਼ੂਰ ਨੂੰ ਕਹਿਣ ਲੱਗੇ ਹਨ, ਇਹ ਕਿਆ ਕੌਤਕ ਰਾਵਰ ਠਾਨਿਓ। ਗਰੀਬ ਨਵਾਜ ਮਹਾਰਾਜ ਕੀ ਕੌਤਕ ਹੁਣ ਆਪ ਜੀ ਕਰ ਰਹੇ ਹੋ। ਜਬ ਹੂੰ ਹੋਤ ਦੇਹ ਕੋ ਅੰਤ, ਮਹਾਰਾਜ ਮੈਂ ਬੜੇ ਬਰਤਾਂਤ ਵੇਖੇ ਐ, ਤੁਹਾਡੇ ਤੀਕਰ ਗੁਰਿਆਈ ਦੇ ਤਿਲਕ ਹੁੰਦੇ ਵੇਖੇ ਐ। ਪਾਤਸ਼ਾਹ ਜੀ ਇਹ ਤਿਲਕ, ਇਹ ਗੁਰਿਆਈ ਉਦੋਂ ਦਿੱਤੀ ਜਾਂਦੀ ਹੈ ਜਦੋਂ ਪਹਿਲੇ ਪਾਤਸ਼ਾਹ ਜਿਹੜੇ ਗੱਦੀ ਤੇ ਸੁਭਾਏਮਾਨ ਹੋਣ, ਉਹ ਇਹ ਸਰੀਰ ਦਾ ਚੋਲਾ ਜਿਹੜਾ ਛੱਡ ਕਰਕੇ ਤੇ ਜਦੋਂ ਸੱਚਖੰਡ ਬਰਾਜਣਾ ਹੁੰਦਾ ਹੈ, ਉਦੋਂ ਜੋਤ ਤੇ ਗੁਰਤਾ ਅੱਗੇ ਰੱਖਦੇ ਹੁੰਦੇ ਆ। ਤਬ ਇਸ ਵਿਧ ਕੋ ਹੋਏ ਬ੍ਰਤਾਂਤ, ਮਹਾਰਾਜ ਗੁਰਿਆਈ ਤਾਂ ਉਦੋਂ ਦਿੱਤੀ ਜਾਂਦੀ ਆ ਜਦੋਂ ਤਖਤ ਤੇ ਸੁਭਾਏਮਾਨ ਪਾਤਸ਼ਾਹ ਸੱਚਖੰਡ ਬਰਾਜਣਾ ਹੁੰਦਾ ਹੈ। ਤਨ ਰਾਵਰ ਕੋ ਪਰ ਉਪਕਾਰੀ, ਤੇ ਤੁਸੀਂ ਮਹਾਰਾਜ ਹੁਣ ਇਹ ਕੌਤਕ ਕਿਉਂ ਕਰ ਰਹੇ ਹੋ? ਵੀ ਸ਼ੰਕਾ ਪੈ ਗਿਆ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਪਾਤਸ਼ਾਹ ਵੀ ਇਹ ਤਾਂ ਜਦੋਂ ਸੱਚਖੰਡ ਜਾਣਾ ਹੁੰਦਾ, ਪਿਛਲੀਆਂ ਪਾਤਸ਼ਾਹੀਆਂ ਉਦੋਂ ਇਹ ਕੌਤਕ ਕਰਦੀਆਂ, ਗੁਰਿਆਈ ਅੱਗੇ ਦੇ ਕੇ ਜਾਂਦੀਆਂ, ਆਪ ਇਹ ਸਭ ਕੁਝ ਕਿਉਂ ਕਰ ਰਹੇ ਹੋ? ਆਪ ਦਾ ਸਰੀਰ ਸੁੰਦਰ ਮਹਾਰਾਜ ਸਾਰੇ ਸੰਸਾਰ ਤੇ ਪਰ ਉਪਕਾਰ ਕਰਨ ਵਾਲਾ ਹੈ। ਜੰਬੂ ਦੀਪ ਦੀਪ ਅਨਹਾਰੀ, ਇਸ ਸਾਰੇ ਦੀਪਾਂ, ਮਹਾਦੀਪਾਂ, ਖੰਡਾਂ, ਬ੍ਰਹਮੰਡਾਂ ਔਰ ਭਾਰਤ ਵਰਸ਼ ਦੇ ਅੰਦਰ ਮਹਾਰਾਜ ਆਪ ਬੇਅੰਤ ਪਰ ਉਪਕਾਰੀ ਹੋ ਤੇ ਸਾਰੇ ਸੰਸਾਰ ਦੇ ਦੀਵਾ ਸਰੂਪ ਹੋ, ਪ੍ਰਕਾਸ਼ ਸਰੂਪ ਹੋ। ਜਹ ਕਹਿ ਕਰਿਓ ਪ੍ਰਕਾਸ਼ ਵਿਸਾਲਾ, ਜਿੱਥੇ ਕਿਥੇ ਮਹਾਰਾਜ
ਪਾਪਾਂ ਦਾ ਵਾਹਿਗੁਰੂ ਪਾਪਾਂ ਦਾ ਹਨੇਰਾ ਦੂਰ ਕਰਕੇ ਤੇ ਧਰਮ ਦਾ ਬੋਲ ਬਾਲੇ ਦਾ ਪ੍ਰਕਾਸ਼ ਕੀਤਾ ਤੁਸਾਂ ਨੇ। ਮਗ ਸ਼ੁਭ ਗਮਨਿਓ ਜਗਤ ਸੁਖਾਲਾ। ਮਹਾਰਾਜ ਤੁਹਾਡੇ ਉਪਦੇਸ਼ ਸਦਕਾ ਹੀ ਸੰਸਾਰ ਚੰਗੇ ਰਸਤੇ ਪੈ ਰਿਹਾ ਹੈ, ਸੰਸਾਰ ਸੁਖੀ ਹੋ ਰਿਹਾ ਹੈ। ਦਰਸ਼ਨ ਕੀ ਸੰਗਤ ਹੈ ਪਿਆਸੀ। ਮਹਾਰਾਜ ਅਜੇ ਤੁਹਾਡੇ ਦਰਸ਼ਨਾਂ ਦੀ ਸੰਗਤ ਬੜੀ ਪਿਆਸੀ ਹੈ, ਸਾਨੂੰ ਤੁਹਾਡੀ ਬੜੀ ਲੋੜ ਹੈ ਪਾਤਸ਼ਾਹ। ਤੁਹਾਡੇ ਦਰਸ਼ਨ ਰਜ ਰਜ ਕੇ ਕਰਨ ਨੂੰ ਸੰਗਤ ਦੇ ਅੰਦਰ ਪਿਆਸ ਹੈ। ਦੂਰ ਦੂਰ ਤੇ ਆਏ ਹੁਲਾਸੀ। ਮਨ ਨੂੰ ਵੇਖੋ ਹਜੂਰ ਜੀ, ਕਿੰਨੀ ਦੂਰੋਂ ਦੂਰੋਂ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਆਉਂਦੀਆਂ ਹਨ। ਭਗਤਨ ਪੂਰ ਭਾਵਨਾ ਜਾਨ। ਮਹਾਰਾਜ ਭਗਤਾਂ ਦੇ ਹਿਰਦੇ ਵਿੱਚ ਡਾਢੀ ਭਾਵਨਾ ਤੁਸੀਂ ਜਾਣ ਕਰਕੇ ਆਪ ਸਰੀਰ ਧਰਹੁ ਜਗ ਆਨ। ਮਹਾਰਾਜ ਤੁਸੀਂ ਸੰਸਾਰ ਵਿੱਚ ਅਵਤਾਰ ਧਾਰਦੇ ਹੋ। ਤੁਸੀਂ ਮਹਾਰਾਜ ਭਗਤਾਂ ਦੇ ਸ਼ਰਧਾ ਨੂੰ ਫਲ ਦੇਣ ਵਾਸਤੇ, ਸ਼ਰਧਾ ਨੂੰ ਬੂਰ ਪਾਉਣ ਵਾਸਤੇ ਸੰਸਾਰ ਤੇ ਅਵਤਾਰ ਧਾਰਿਆ ਹੈ। ਆਚਕ ਅਚਰਜ ਕਹਾਂ ਜਨਾਵਹ। ਪਰ ਮਹਾਰਾਜ ਕੀ ਤੁਸੀਂ ਹੁਣ ਗੁਰਤਾ ਹਰਗੋਬਿੰਦ ਸਾਹਿਬ ਨੂੰ ਦੇ ਕੇ ਕੀ ਜਣਾਉਣਾ ਚਾਹੁੰਦੇ ਹੋ ਪਾਤਸ਼ਾਹ? ਇਹ ਅਚਾਨਕ ਹੀ ਤੁਸੀਂ ਇਹੋ ਜਿਹਾ ਫੈਸਲਾ ਕਿਉਂ ਕੀਤਾ ਹੈ? ਥਿਰੋ ਆਪ ਸੁਭ ਦਰਸ ਦਿਖਾਵਹ। ਮਹਾਰਾਜ ਇਸ ਤਰ੍ਹਾਂ ਨਾ ਕਰੋ, ਨੇਤਰਾਂ ਚੋਂ ਸਾਧ ਸੰਗਤ ਦੀ ਜਲ ਕੇਰਨ ਲੱਗ ਪਏ ਬਾਬਾ ਬੁੱਢਾ ਸਾਹਿਬ ਜੀ। ਪਾਤਸ਼ਾਹ ਮਹਾਰਾਜ ਇਸ ਤਰ੍ਹਾਂ ਨਾ ਕਰੋ ਗਰੀਬ ਨਵਾਜ, ਅਜੇ ਆਪ ਸਰੀਰ ਰੱਖੋ ਤੇ ਗਰੀਬ ਨਵਾਜ ਸਾਨੂੰ ਦਰਸ਼ਨ ਬਖਸ਼ੋ ਡਾਢੇ ਹੀ। ਸਭ ਕੇ ਅਹੋ ਆਸਰਾ ਭਾਰੇ। ਗਰੀਬ ਨਵਾਜ ਤੁਸੀਂ ਸਾਰੇ ਸੰਸਾਰ ਦੇ ਡਾਢੇ ਆਸਰਾ ਰੂਪ ਹੋ। ਮਹਾਰਾਜ ਸਾਨੂੰ ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖਾ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਮਹਾਰਾਜ ਤੁਸੀਂ ਸਾਰੇ ਸਿੱਖਾਂ ਦੇ ਨਿਮਾਣਿਆਂ ਦੇ ਮਾਣ, ਨਿਰ ਆਸਰਿਆਂ ਦੇ ਆਸਰੇ ਹੋ। ਚਾਹੁੰਦੇ ਸਦੁਸ਼ਟ ਦੁਸ਼ਟਤਾ ਧਾਰੇ। ਵੇਖੋ ਜਰਾ ਸਭ ਸੰਸਾਰ ਵਿੱਚ ਚਾਰ ਚਫੇਰੇ ਦੁਸ਼ਟਾਂ ਨੇ ਦੁਸ਼ਟਤਾਈ ਪਾਪ ਧਾਰੇ ਹੋਏ ਐ, ਪਾਪ ਹੋ ਰਹੇ ਹਨ। ਬਨਹ ਸਹਾਇਕ ਸੰਗਤ ਕੇਰੇ। ਮਹਾਰਾਜ ਤੁਸੀਂ ਸੰਗਤਾਂ ਦੇ ਸਹਾਈ ਬਣੋ ਸੱਚੇ ਪਾਤਸ਼ਾਹ। ਸਾਰੀ ਸੰਗਤ ਦੇ ਸਹਾਇਤਾ ਕਰਨ ਵਾਲੇ ਦਾਤਾ ਦਿਆਲੂ ਕਿਰਪਾਲੂ ਜੀ। ਸਰਬ ਪਰਿਵਾਰ ਤਮਹਾਂ ਦਿਸ ਹੇਰੇ। ਮਹਾਰਾਜ ਤੁਹਾਡਾ ਸਾਰਾ ਪਰਿਵਾਰ ਤੁਹਾਡੇ ਵਾਲੇ ਪਾਸੇ ਵੇਖ ਰਿਹਾ ਹੈ। ਪਰਿਵਾਰ ਤੇ ਸਿੱਖ ਪਰਿਵਾਰ, ਸਿੱਖ ਸੰਗਤਾਂ ਨੂੰ ਤੁਹਾਡੇ ਤੇ ਬੜੀ ਆਸਾ ਹੈ। ਬਿਗੜਿਓ ਸਾਹੋ ਚੰਦ ਕੋ ਕਹੇ। ਕਿਉਂਕਿ ਮਹਾਰਾਜ ਜੀ ਹਰਗੋਬਿੰਦ ਸਾਹਿਬ ਜੀ ਦੀ ਉਮਰਾਂ ਵੀ ਤੁਹਾਨੂੰ ਪਤਾ ਛੋਟੀ ਹੈ, ਤੇ ਗਰੀਬ ਨਵਾਜ ਵੇਖੋ ਜਰਾ ਸਾਰਾ ਪਰਿਵਾਰ ਵੀ ਤੁਹਾਡੇ ਵੱਲ ਵੇਖਦਾ ਹੈ। ਚੰਦੂ ਦੀਆਂ ਚੁੱਕਾਂ ਦੇਣ ਕਰਕੇ ਤੇ ਹਕੂਮਤ ਬਾਦਸ਼ਾਹ ਜਹਾਂਗੀਰ ਦਿੱਲੀ ਤਖਤ ਵੀ ਤੁਹਾਡੇ ਨਾਲ ਵਿਗੜ ਚੁੱਕਿਆ ਹੈ। ਸਭ ਵਿਦ ਕੇ ਤੁਮ ਜਾਣਤ ਅਹੇ। ਤੁਹਾਨੂੰ ਕੀ ਦੱਸਣ ਦੀ ਲੋੜ, ਸਾਰੀਆਂ ਵਿਧੀਆਂ ਜਾਣਨ ਵਾਲੇ ਆਪ ਜੀ ਹੋ। ਸੁਣ ਕਰ ਸ੍ਰੀ ਅਰਜਨ ਗੁਰ ਕਹਿਓ। ਸੱਚੇ ਪਾਤਸ਼ਾਹ ਜੀਆਂ ਸੁਣ ਕਰਕੇ ਨਾ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਇਹ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣਾ ਕੀਤਾ ਹੈ। ਅੰਤ ਸਮਾ ਹਮ ਆਪਨੋ ਲਹਿਓ। ਕਿ ਸਾਡਾ ਅੰਤਲਾ ਸਮਾਂ ਹੈ ਬਾਬਾ ਬੁੱਢਾ ਸਾਹਿਬ ਜੀ, ਅਸੀਂ ਹੁਣ ਇਹ ਜਾਣ ਚੁੱਕੇ ਹਾਂ। ਤਿਆਗਣ ਮੈਂ ਕਾਰਨ ਹੈ ਕਨੇ। ਤੇ ਸਰੀਰ ਤਿਆਗਣ ਦੇ ਵਿੱਚ ਕਾਰਨ ਬਹੁਤ ਹੈ। ਜੇ ਤੁਸੀਂ ਆਖੋ ਨਾ ਸੱਚਖੰਡ ਕਿਉਂ ਜਾ ਰਹੇ ਸੀ, ਕਿਉਂ ਲਾਹੌਰ ਜਾ ਕੇ ਸ਼ਹੀਦੀ ਦੇ ਰਹੇ ਹਾਂ, ਤੇ ਸੁਣੋ ਬਾਬਾ ਬੁੱਢਾ ਸਾਹਿਬ ਜੀ, ਬੜੇ ਸਬੱਬ ਹੈ ਸਾਡੇ ਸੱਚਖੰਡ ਜਾਣ ਦੇ ਵਿੱਚ, ਬੜੇ ਸਬੱਬ ਬਣ ਚੁੱਕੇ ਹੈ ਸਾਡੇ ਸ਼ਹੀਦੀ ਦੇਵਣ ਦੇ। ਗਏ ਲਾਹੌਰ ਸਰਬ ਹੀ ਬਨੇ। ਤੇ ਕੋਈ ਗੱਲ ਨਹੀਂ, ਤੁਹਾਨੂੰ ਪਤਾ ਲੱਗ ਜਾਵੇਗਾ ਜਦੋਂ ਅਸੀਂ ਲਾਹੌਰ ਜਾਵਾਂਗੇ, ਉਹ ਸਾਰੇ ਸਬੱਬ ਆਪੇ ਹੀ ਪ੍ਰਗਟ ਹੋ ਕੇ ਸਾਹਮਣੇ ਆ ਜਾਣੇ। ਜਦੋਂ ਸਾਹਮਣੇ ਪ੍ਰਤੱਖ ਬਣ ਜਾਣਗੇ ਉਹ ਸਾਰੇ ਕਾਰਨ ਸ਼ਹੀਦੀ ਦੇ ਤੁਹਾਨੂੰ ਪਤਾ ਲੱਗ ਜਾਵੇਗਾ। ਜਾਣ ਜਾਓਗੇ ਸਾਡੀ ਸ਼ਹੀਦੀ ਤੋਂ ਬਾਅਦ ਵੀ ਸਤਿਗੁਰੂ ਅਰਜਨ ਦੇਵ ਜੀ ਨੇ ਕਿਉਂ ਸ਼ਹਾਦਤ ਦਿੱਤੀ ਹੈ। ਸ਼ਤਰਨ ਕਰਤੇ ਛੁੱਟਨ ਸਰੀਰ। ਤੇ ਦੁਸ਼ਮਣ ਦੇ ਹੱਥੋਂ ਸਾਡਾ ਜਿਹੜਾ ਸਰੀਰ ਛੁੱਟਣਾ ਹੈ, ਦੁਸ਼ਮਣ ਦੇ ਹੱਥੋਂ ਸਾਡੀ ਸ਼ਹਾਦਤ ਹੋਣੀ ਪਾਪੀਆਂ ਤੋਂ। ਪਲਟੇ ਲੈ ਹਰ ਗੋਬਿੰਦ ਤੀਰ। ਤੇ ਉਸ ਤੋਂ ਬਾਅਦ ਤੁਸੀਂ ਵੇਖਿਓ ਫਿਰ ਬਣਦਾ ਕੀ ਹੈ। ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਬਦਲਾ ਲੈਣਗੇ, ਜਰਵਾਣਿਆਂ ਦੇ ਨੱਕ ਵਿੱਚ ਨੱਥਾਂ ਪਾ ਪਾ ਕੇ ਧੋਇਆ ਕਰਨਗੇ। ਸਭ ਸੰਗਤ ਕੋ ਗੁਰ ਇਹ ਭਾਰੀ। ਇਹ ਸਾਰੀ ਸੰਸਾਰ ਸੰਗਤ ਦੇ ਵੱਡੇ ਭਾਰੀ ਮਹਾਬਲੀ ਯੋਧੇ ਗੁਰੂ ਪਾਤਸ਼ਾਹ ਹੋਵਣਗੇ। ਹੋਏ ਸਹਾਇਕ ਪਰ ਉਪਕਾਰੀ। ਜਿੱਥੇ ਕਿੱਥੇ ਸਿੱਖਾਂ ਦੀ ਸਹਾਇਤਾ ਕਰਿਆ ਕਰਨਗੇ। ਬਹੁਤ ਭਾਰੀ ਪਰ ਉਪਕਾਰੀ ਮਹਾਬਲੀ ਯੋਧੇ ਸੂਰਮੇ ਹਰਗੋਬਿੰਦ ਸਾਹਿਬ ਜੀ
ਤੇ ਸਿੱਖਾਂ ਦੀ ਸਹਾਇਤਾ ਕਰਨ ਵਾਲੇ। ਕਾਜ ਸੁਧਾਰਹਿੰਗੇ ਇਹ ਕਨੋ। ਇਹ ਜਿਹੜੇ ਕਾਰਜ ਨੂੰ ਹੱਥ ਪਾਇਆ ਕਰਨਗੇ ਉਹ ਕਾਰਜ ਅਧੂਰਾ ਨਹੀਂ ਰਿਹਾ ਕਰੇਗਾ। ਵੱਡੇ ਵੱਡੇ ਜਿਹੜੇ ਕਾਰਜ ਹੈ ਨਾਮੁਮਕਿਨ ਕਾਰਜਾਂ ਨੂੰ ਸਫਲਾ ਕਰਦਿਆ ਕਰਨਗੇ। ਧਰਿਓ ਸਰੀਰ ਵੀਰ ਰਸ ਮਨੋ। ਇਹ ਮੰਨ ਲਓ ਵੀ ਅਕਾਲ ਪੁਰਖ ਪਰਮੇਸ਼ਰ ਨੇ, ਗੁਰੂ ਨਾਨਕ ਸਾਹਿਬ ਨੇ ਇਹ 6ਵਾਂ ਸਰੀਰ ਵੀਰ ਰਸ ਦਾ ਧਰਿਆ ਹੈ, ਜੰਗ ਯੁੱਧ ਕਰਨ ਵਾਸਤੇ ਧਾਰਿਆ ਹੈ, ਤਾਂ ਹੀ ਇਹਨਾਂ ਦੀ ਦੇਹੀ ਐਡੀ ਵਿਸ਼ਾਲ ਤੇ ਬੜੀ ਭਾਰੀ ਸਮਰਾਟ ਹੈ। ਹਮ ਤਜ ਹੈ ਤੁਰਕਨ ਸਿਰ ਹੋਏ। ਅਸੀਂ ਆਪਦਾ ਸਰੀਰ ਜਿਹੜਾ ਹੈ ਛੱਡਾਂਗੇ ਤੁਰਕਾਂ ਦੇ ਸਿਰ ਹੋ ਕਰਕੇ। ਅਸੀਂ ਤੁਰਕਾਂ ਦੇ ਸਿਰ ਚੜ ਕੇ ਸ਼ਹੀਦੀ ਦੇਣੀ ਹੈ। ਇਨ ਕੋ ਤੇਜ ਕਰਹਿ ਛੈ ਜੋਏ। ਤੇ ਤੁਰਕਾਂ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨਾਸ਼ ਕਰਕੇ ਰੱਖ ਦੇਣਗੇ। ਤਖਤਾਂ ਤਾਜਾਂ ਨੂੰ ਮਿੱਟੀ 'ਚ ਮਿਲਾ ਦੇਵਣਗੇ। ਸ਼੍ਰੀ ਨਾਨਕ ਕੀ ਬਖਸ਼ਿਸ਼ ਭਾਰੀ। ਇਹਨਾਂ ਤੇ ਧੰਨ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਦੀ ਭਾਰੀ ਬਖਸ਼ਿਸ਼ ਹੋ ਰਹੀ ਹੈ। ਸਿਰ ਦੇ ਕਰ ਛੀਨਹਿ ਹਮ ਸਾਰੀ। ਤੇ ਫਿਰ ਸੱਚੇ ਪਾਤਸ਼ਾਹ ਸਮਝਾਉਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਸੁਣੋ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੇ ਪਾਤਸ਼ਾਹ ਤਖਤ ਤੇ ਸੁਭਾਏਮਾਨ ਸਨ ਨਾ, ਤੇ ਉਦੋਂ ਬਾਦਸ਼ਾਹ ਜਿਹੜਾ ਬਾਬਰ ਬਣਿਆ ਬਾਅਦ ਵਿੱਚ, ਬਾਬਰ ਏਮਨਾਬਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆਇਆ ਸੀ। ਤੇ ਹਜ਼ੂਰ ਨੂੰ ਭੇਂਟਾ ਕੀਤੀ ਤੇ ਆਖਿਆ, ਮਹਾਰਾਜ ਮੈਂ ਤੁਹਾਡੀ ਸ਼ਰਨ ਆਇਆ, ਕਿਰਪਾ ਕਰਕੇ ਮੇਰੀ ਲਾਜ ਰੱਖੋ। ਉਹ ਬਣਾਇਆ ਸਾਧ ਸੰਗਤ ਜੀ ਨੇ। ਬਾਬਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੈਦੀ ਸੀਗਾ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹੁਕਮ ਤੇ ਵਾਹਿਗੁਰੂ 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 ਕਰਦਿਆਂ 11,000 ਚੱਕੀ ਚੱਲੀ ਸੀ ਆਪੇ। ਤੋ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਤਾਪ ਵੇਖ ਕੇ ਬਾਬਰ ਦਰਸ਼ਨ ਕਰਨ ਆਇਆ। ਹਜ਼ੂਰ ਦੇ ਚਰਨਾਂ ਵਿੱਚ ਭੇਂਟਾ ਰੱਖ ਕੇ ਗੋਡੀ ਭਾਰ ਬਹਿ ਗਿਆ, ਮਹਾਰਾਜ ਮੈਨੂੰ ਨਿਵਾਜੋ ਸੱਚੇ ਪਾਤਸ਼ਾਹ, ਸੁਣਿਆ ਤੁਸੀਂ ਗਰੀਬ ਨਵਾਜ ਹੋ। ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਪੁੱਛਦੇ ਕੀ ਇੱਛਾ ਹੈ? ਕਹਿੰਦਾ ਮਹਾਰਾਜ ਰਾਜ ਭਾਗ ਬਖਸ਼ੋ ਸੱਚੇ ਪਾਤਸ਼ਾਹ, ਦੁਨੀਆ ਦੀ ਜਗੀਰ ਜਾਂ ਦੁਨੀਆ ਦਾ ਰਾਜ ਚਾਹੁੰਦਾ ਹਾਂ। ਤੋ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ 7 ਪੁਸ਼ਤਾਂ ਦਾ ਰਾਜ ਦਿੱਤਾ। ਆਖਿਆ ਬਾਬਰ ਲੈ ਤੈਨੂੰ ਅਸੀਂ 7 ਪੁਸ਼ਤਾਂ ਦਾ ਰਾਜ ਦਿੰਦੇ ਹਾਂ, ਤੁਹਾਡਾ ਰਾਜ ਰਹੇਗਾ। ਤੇ ਫਿਰ ਬਾਬਰ ਨੇ ਪੁੱਛਿਆ ਵੀ ਪਾਤਸ਼ਾਹ ਰਾਜ ਸਾਡਾ ਜਾਏਗਾ ਕਦੋਂ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਰਾਜ ਉਦੋਂ ਜਾਵੇਗਾ ਬਾਬਰ ਜਦੋਂ ਤੁਹਾਡੇ ਘਰ ਤੋਂ ਨਿਆਂ ਨਾ ਹੋਇਆ। ਜਿੰਨਾ ਸਮਾਂ ਤਾਂ ਸੱਚ ਦਾ ਪਲੜਾ ਫੜ ਕੇ ਰੱਖੋਗੇ ਉਹਨਾਂ ਸਮਾਂ ਤਾਂ ਤੁਹਾਡੇ ਰਾਜ ਭਾਗ ਸਲਾਮਤ ਰਹਿਣਗੇ। ਤੇ ਜਦੋਂ ਜ਼ੁਲਮ ਤੇ ਉਤਰ ਆਓਗੇ ਤੇ ਤੁਹਾਡਾ ਰਾਜ ਭਾਗ ਜਿਹੜਾ ਨਾਸ਼ ਹੋਵੇਗਾ। ਫਿਰ ਬਾਬਰ ਪੁੱਛਦਾ ਪਾਤਸ਼ਾਹ ਸਾਡਾ ਰਾਜ ਭਾਗ ਖੋਊ ਕੌਣ? ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਿੱਤਾ ਹੈ। ਅਸੀਂ ਤੁਹਾਨੂੰ ਬਾਬੇ ਕਿਆਂ ਰਾਜ ਦਿੱਤਾ ਹੈ, ਤੇ ਜਦੋਂ ਤੁਸੀਂ ਜ਼ੁਲਮ ਕਰੋਗੇ ਅਸੀਂ ਸੀਸ ਦੇ ਕਰਕੇ ਸਿਰ ਦਾ ਬਲੀਦਾਨ ਦੇ ਕੇ ਤੁਹਾਡਾ ਰਾਜ ਖੋਹ ਲਵਾਂਗੇ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਬਚਨ ਜਿਹੜੇ ਆ ਨਾ ਬਾਬਾ ਬੁੱਢਾ ਸਾਹਿਬ ਨੂੰ ਯਾਦ ਕਰਾ ਰਹੇ ਹੈ। ਬਾਬਾ ਬੁੱਢਾ ਸਾਹਿਬ ਪੁੱਛਦੇ ਪਾਤਸ਼ਾਹ ਕਿਉਂ ਤੁਸੀਂ ਸ਼ਹੀਦੀ ਦੇ ਰਹੇ ਹੋ? ਤਾਂ ਗਰੀਬ ਨਵਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਬੜੇ ਕਾਰਨ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਬਚਨ ਸਫਲਾ ਹੋਣਾ ਹੈ, ਕਿਉਂਕਿ ਗੁਰੂ ਅਰਜਨ ਦੇਵ ਹੀ ਸੱਚੇ ਪਾਤਸ਼ਾਹ 5ਵੇਂ ਗੁਰੂ ਨਾਨਕ ਸਾਹਿਬ ਹਨ। ਤੋ ਹਜ਼ੂਰ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਅਸੀਂ ਆਪਣਾ ਪਹਿਲੇ ਜਾਮੇ ਵਿੱਚ ਕੀਤਾ ਹੋਇਆ ਬਾਬਰ ਕਿਆਂ ਦੇ ਨਾਲ ਬਚਨ ਪੂਰਾ ਕਰਨਾ ਹੈ। ਇਹ ਜ਼ੁਲਮ ਕਰਨ ਤੇ ਉਤਰ ਆਏ ਹੈ ਤੇ ਅਸੀਂ ਆਪਦੀ ਸ਼ਹਾਦਤ ਦੇਵਾਂਗੇ ਇਹਨਾਂ ਦੇ ਸਿਰ ਚੜ੍ਹ ਕੇ। ਉਸ ਤੋਂ ਮਗਰੋਂ ਜੰਗਾਂ ਯੁੱਧਾਂ ਦਾ ਪ੍ਰਸੰਗ ਚੱਲੇਗਾ। ਖਾਲਸਾ ਜੀ 10 ਪਾਤਸ਼ਾਹੀਆਂ ਸਰੂਪ ਧਾਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ। ਪਹਿਲੀਆਂ ਖਾਲਸਾ ਜੀ 5 ਪਾਤਸ਼ਾਹੀਆਂ ਤੋਂ ਪਹਿਲਾਂ ਨਾ ਗੁਰਬਾਣੀ ਯੁੱਗ ਚੱਲਿਆ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ 5ਵੇਂ ਪਾਤਸ਼ਾਹ ਤੱਕ ਖਾਲਸਾ ਜੀ ਗੁਰਬਾਣੀ ਯੁੱਗ ਰਿਹਾ। ਹਜ਼ੂਰ ਨੇ ਬੇਅੰਤ ਗੁਰਬਾਣੀ ਉਚਾਰੀ ਹੈ। 5ਵੇਂ ਪਾਤਸ਼ਾਹ ਨੇ ਸਾਰੀ ਗੁਰਬਾਣੀ ਇਕੱਤਰ ਕੀਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਬੇੜਾ ਬੰਨਣਾ ਕੀਤਾ ਹੈ ਜੀਵਾਂ ਦੀ ਕਲਿਆਣ ਵਾਸਤੇ। ਫਿਰ 5ਵੇਂ ਪਾਤਸ਼ਾਹ ਤੋਂ ਬਾਅਦ ਖਾਲਸਾ ਜੀ ਕੁਰਬਾਨੀ ਯੁੱਗ ਚੱਲਿਆ ਹੈ। ਕੁਰਬਾਨੀ ਯੁੱਗ ਤੋਂ ਬਾਅਦ ਖਾਲਸਾ ਜੀ ਫਿਰ ਲਾਸਾਨੀ ਯੁੱਗ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਇੱਕ ਕੁਰਬਾਨੀ ਯੁੱਗ ਰਿਹਾ ਹੈ। ਕੁਰਬਾਨੀਆਂ ਕੀਤੀਆਂ ਤੇ ਆਪ ਰਾਜ ਭਾਗ ਲੈਣ ਵਾਸਤੇ ਵੀ ਕਹੋ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਧਰਮ ਦਾ ਬੋਲਬਾਲਾ, ਕਿਉਂਕਿ ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਤੇ ਸ਼ਾਸਤਰਨ ਕੇ ਅਧੀਨ ਹੈ ਰਾਜ। ਹਜ਼ੂਰ ਨੇ ਸ਼ਾਸਤਰਧਾਰੀ ਹੋ ਕਰਕੇ ਇਸ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਕਾਰਨ ਦੱਸ ਦਿੱਤਾ, ਅਸੀਂ ਸ਼ਹਾਦਤ ਦੇ ਰਹੇ ਹਾਂ। ਤੇ 10ਵੇਂ ਪਾਤਸ਼ਾਹ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਮਹਾਂਪੁਰਖ ਹੋਏ ਹੈ, ਇਹਨਾਂ ਸਾਧ ਸੰਗਤ ਜੀ ਬੇਅੰਤ ਘਾਲਣਾ ਘਾਲੀ ਹੈ।
ਸਿੱਖਾਂ ਨੇ ਰਾਜ ਭਾਗ ਵੀ ਭੋਗੇ ਆ। ਇਹਨਾਂ ਕੁਰਬਾਨੀਆਂ ਦੇ ਸਦਕਾ 40 ਸਾਲ ਖਾਲਸੇ ਦਾ ਰਾਜ ਰਿਹਾ ਇਸ ਪੰਜਾਬ ਦੇਸ਼ ਦੀ ਧਰਤੀ ਤੇ। ਤੋ ਹੁਣ ਸਾਧ ਸੰਗਤ ਜੀ ਖੁਆਰੀ ਯੁੱਗ ਚੱਲ ਰਿਹਾ, ਜਿਹੜਾ ਹੁਣ ਚੱਲ ਰਿਹਾ ਨਾ, ਇਹ ਖੁਆਰੀ ਯੁੱਗ ਹੈ। ਤੋ ਤਾਂ ਹੀ ਅੱਜ ਪੰਥ ਦੇ ਵਿੱਚ ਆਹ ਹਾਲਾਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਦਬੀਆਂ ਹੋ ਰਹੀਆਂ। ਮਲੇਸ਼ ਖਾਲਸਾ ਮਹਾਰਾਜ ਦੇ ਬਚਨਾਂ ਦੁਆਰਾ ਜਿਵੇਂ ਸਤਿਗੁਰਾਂ ਦੇ ਬਚਨ ਹੋਏ ਭਵਿੱਖਿਅਤ, ਉਹ ਮਲੇਸ਼ ਖਾਲਸਾ ਪ੍ਰਗਟ ਪ੍ਰਤੱਖ ਹੈ ਭਾਈ। ਦਾੜੇ ਵੀ ਰੱਖੇ ਹੋਏ ਆ, ਕੇਸ ਵੀ ਰੱਖੇ ਹੋਏ ਆ, ਸ਼੍ਰੀ ਸਾਹਿਬ ਵੀ ਪਹਿਨੇ ਦਿਸਣਗੇ, ਬਾਣੇ ਵੀ ਪਹਿਨੇ ਦਿਸਣਗੇ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਦੇ ਘਰ ਵਾਲੀ ਕਰਨੀ ਨਹੀਂ ਹੈ, ਕੇਵਲ ਕਥਨੀ ਹੈ, ਸਿਧਾਂਤ ਨਹੀਂ ਹੈ, ਕਹਿਣੀ ਤੇ ਕਰਨੀ ਦਾ ਸਿੱਖ ਪੂਰਾ ਨਹੀਂ। ਜਿਸ ਕਰਕੇ ਹੁਣ ਇੱਕ ਖੁਆਰੀ ਯੁੱਗ ਚੱਲ ਰਿਹਾ ਹੈ। ਸਿੱਖ ਨੂੰ ਸਿੱਖ ਤੇ ਭਰੋਸਾ ਨਹੀਂ। ਸਿੱਖ ਦੀ ਹਮਾਇਤ ਕਰਨ ਦੀ ਬਜਾਏ ਜਿਹੜਾ ਚੁਗਲਾਂ, ਦੰਭੀਆਂ, ਪਖੰਡੀਆਂ, ਲੰਡਿਆਂ ਲੁੱਚਿਆਂ ਦੀ ਜਿਹੜੀ ਵੈ ਉਹ ਹਮਾਇਤ ਕਰਦੇ ਹੈ। ਸਿੱਖ ਦੀ ਸਿੱਖ ਹਮਾਇਤ ਨਹੀਂ ਕਰ ਰਿਹਾ, ਸਿੱਖ ਤੇ ਸਿੱਖ ਭਰੋਸਾ ਨਹੀਂ ਕਰ ਰਿਹਾ ਹੈ। ਇਸ ਨੂੰ ਖੁਆਰੀ ਯੁੱਗ ਕਹਿੰਦੇ ਹੈ। ਤੋ ਇਹ ਮਹਾਰਾਜ ਦੇ ਹੁਕਮ ਜੀ ਹੁਣ ਖੁਆਰੀ ਯੁੱਗ ਚੱਲ ਰਿਹਾ ਹੈ। ਰਹੋ ਵਿਚਾਰ। ਬਾਬਾ ਬੁੱਢਾ ਸਾਹਿਬ ਜੀ ਨੂੰ ਸਮਝਾਇਆ ਹਜ਼ੂਰ ਨੇ, ਬਾਬਾ ਜੀ ਅਸੀਂ ਪਹਿਲੇ ਜਾਮੇ ਵਿੱਚ ਬਚਨ ਕੀਤਾ ਸੀ ਇਹ ਬਾਬਰਕਿਆਂ ਦੇ ਨਾਲ, ਜਦੋਂ ਜ਼ੁਲਮ ਕਰੋਗੇ ਅਸੀਂ ਸਿਰ ਦੇ ਕੇ ਤੁਹਾਥੋਂ ਰਾਜ ਖੋਹ ਲਵਾਂਗੇ। ਅਸੀਂ ਇਸ ਲਈ ਹੁਣ ਉਹ ਬਚਨ ਪੂਰਾ ਕਰਾਂਗੇ। ਅਪਰ ਉਪਾਉ ਲੈਨ ਕੋ ਨਾਹੀ। ਹੋਰ ਕੋਈ ਉਪਾਅ ਨਹੀਂ ਰਹਿ ਗਿਆ ਨਾ ਤੋਂ ਰਾਜ ਭਾਗ ਲੈਣ ਦਾ। ਸੀਸ ਦਿੱਤੇ ਬਿਨਾ ਇਹਨਾਂ ਦੇ ਰਾਜ ਭਾਗ ਨਾਸ਼ ਨਹੀਂ ਹੋਵਣਗੇ। ਜਿਸ ਤੇ ਤੁਰਕ ਤੇਜ ਬਿਨ ਸਾਹੀ। ਹੁਣ ਹੋਰ ਕੋਈ ਚਾਰਾ ਨਹੀਂ, ਸਮਝਾਉਣ ਦਾ ਰਾਹ ਨਹੀਂ ਕੋਈ ਜਿਸ ਦੇ ਨਾਲ ਤੁਰਕਾਂ ਦਾ ਤੇਜ ਨਾਸ਼ ਹੋ ਸਕੇ। ਹੁਣ ਕੁਰਬਾਨੀ ਸ਼ਹਾਦਤ ਦੇਣੀ ਪਵੇਗੀ। ਅਪਰ ਸਕਲ ਕਾਰਜ ਬਨ ਰਹੇ। ਤੇ ਹੋਰ ਵੀ ਬੜੇ ਕਾਰਜ ਜਿਹੜੇ ਆ ਬਣ ਰਹੇ ਹਨ। ਕੌਣ ਬਿਗਨ ਕਰ ਸਕ ਹੈ ਲਹੇ। ਤੇ ਕੌਣ ਇਹ ਜਾਣ ਕੇ ਇਹਨਾਂ ਸਾਰੇ ਆਉਣ ਵਾਲੇ ਸਮੇਂ ਨੂੰ ਵਿਘਨ ਕਰ ਸਕਦਾ ਹੈ, ਰੋਕ ਸਕਦਾ ਹੈ। ਭਾਵੇਂ ਜਰਵਾਣਿਆਂ ਨੂੰ ਹੋਰ ਕੋਈ ਨਹੀਂ ਰੋਕ ਸਕਦਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਬਿਨਾ। ਦੀਨ ਦੁਨੀ ਕੋ ਰਾਜ ਵਿਸਾਲਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਘਰ ਹੈ ਨਾ, ਬਾਬਾ ਬੁੱਢਾ ਸਾਹਿਬ ਦੀ ਸਾਰੀ ਦੁਨੀਆ ਦਾ ਰਾਜ ਹੈ। ਇਹ ਤਾਂ ਵੱਡਾ ਹਲੇਮੀ ਰਾਜ ਹੈ ਦੁਨੀਆ ਦਾ। ਸ਼੍ਰੀ ਸਤਿਗੁਰ ਕੇ ਘਰ ਸਭ ਕਾਲਾ। ਤੇ ਇਹ ਰਾਜੇ ਤਾਂ ਇੱਕ ਦੇਸ਼ ਦੇ ਰਾਜੇ ਹੈ। ਗੁਰੂ ਨਾਨਕ ਪਾਤਸ਼ਾਹ ਦਾ ਘਰ ਸਾਰੇ ਸੰਸਾਰ ਦਾ ਰਾਜਾ ਹੈ। ਗੁਰੂ ਨਾਨਕ ਪਾਤਸ਼ਾਹ ਸਭ ਸੰਸਾਰ ਦੇ ਰਾਜੇ ਹੈ। ਤੇ ਸਾਰੇ ਸੰਸਾਰ ਦਾ ਰਾਜ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਸਦਾ ਹੀ ਰਹਿੰਦਾ ਹੈ। ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਰਹੇਗਾ। ਪਰਮੇਸ਼ਰ ਕੀ ਬਖਸ਼ਿਸ਼ ਮਹਾ। ਇਹ ਪਰਮੇਸ਼ਰ ਦੀ ਮਹਾਨ ਬਖਸ਼ਿਸ਼ ਹੈ ਜਿਹੜੀ ਰਾਜ ਭਾਗ ਗੁਰੂ ਨਾਨਕ ਸਾਹਿਬ ਨੇ ਇਹਨਾਂ ਬਾਬਰਕਿਆਂ ਨੂੰ ਦਿੱਤਾ ਸੀ। ਕੌਣ ਮਿਟਾਏ ਸਕੈ ਬਲ ਕਹਾ। ਤੇ ਗੁਰੂ ਨਾਨਕ ਪਾਤਸ਼ਾਹ ਤੋਂ ਬਿਨਾ ਹੋਰ ਕਿਸੇ ਵਿੱਚ ਬਲ ਨਹੀਂ ਇਹਨਾਂ ਦਾ ਰਾਜ ਭਾਗ ਮਿਟਾ ਸਕੇ। ਇਸ ਲਈ ਹੁਣ ਗੁਰੂ ਨਾਨਕ ਸਾਹਿਬ ਦੇ ਤਖਤ ਤੇ ਅਸੀਂ ਪੰਜਵੇਂ ਥਾਂ ਹਾਂ ਤੇ ਅਸੀਂ ਹੀ ਇਹ ਕੁਝ ਕਰ ਸਕਦੇ ਹਾਂ। ਹੋਏ ਪ੍ਰਸੰਨ ਸ੍ਰੀ ਨਾਨਕ ਦੀਨ। ਬਾਬਰ ਤੋਂ ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਨੂੰ ਤਖਤ ਦਿੱਤੇ ਸੀ ਬਾਬਰਕਿਆਂ ਨੂੰ। ਤਿਨ ਝੂਠੇ ਕਰ ਲੈ ਹਮ ਛੀਨ। ਹੁਣ ਇਹ ਪਾਪ ਕਰਨ ਤੇ ਉੱਤਰ ਆਏ ਐ, ਇਹਨਾਂ ਨੂੰ ਝੂਠੇ ਕਰਕੇ ਅਸੀਂ ਤੇ ਇਹ ਤਖਤ ਜਿਹੜਾ ਹੈ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੁਣ ਅਸੀਂ ਖੋਵਾਂਗੇ। ਇਤਿਆਦਿਕ ਸਤਿਗੁਰ ਸਮਝਾਏ। ਇਸ ਤੋਂ ਆਦਿਕ ਬੜੇ ਬਚਨ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਮਝਾਏ ਵੈ। ਨਿਜ ਗਾਦੀ ਪਰ ਪੁੱਤਰ ਬਿਠਾਏ। ਤੇ ਆਪਣੀ ਗੁਰਤਾ ਗੱਦੀ ਤੇ 6ਵੇਂ ਥਾਂ ਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਬਿਠਾ ਦਿੱਤਾ ਵੈ। ਦੋਹਰਾ ਸਾਹਿਬ ਬੁੱਢੇ ਨਿਕਟ ਤੇ। ਇਧਰ ਧੰਨ ਧੰਨ ਬਾਬਾ ਸਾਹਿਬ ਬੁੱਢਾ ਸਾਹਿਬ ਜੀ ਕੁੰਕਮ ਮਲ ਕਸਾਏ। ਉਹਨਾਂ ਨੇ ਆਪਦੇ ਪਾਸਿਓਂ ਕੇਸਰ ਤੇ ਚੰਦਨ, ਉਹ ਬਾਬਾ ਬੁੱਢਾ ਸਾਹਿਬ ਜੀਆਂ ਨੇ ਉਹਨੂੰ ਕੇਸਰ ਤੇ ਚੰਦਨ ਨੂੰ ਪੀ ਕੇ ਸੋਹਣਾ ਲੇਪ ਬਣਾ ਕਰਕੇ। ਸੋਢੀ ਕੁਲ ਕੇ ਤਿਲਕ ਕੈ। ਤੇ ਸੋਢੀਆਂ ਦੀ ਕੁਲ ਦੇ ਸ਼੍ਰੋਮਣੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਿਲਕ ਦੇ ਦਿੱਤਾ ਹੈ, ਗੁਰਿਆਈ ਦਾ ਟਿੱਕਾ ਲਾ ਦਿੱਤਾ ਹੈ। ਦੀਨੋ ਤਿਲਕ ਕਰਾਏ। ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁੰਦਰ ਚਿਹਰੇ ਤੇ ਖਾਲਸਾ ਜੀ ਪੀਲੇ ਰੰਗ ਦਾ, ਸੁਨਹਿਰੀ ਰੰਗ ਦਾ ਸੁਮੇਲ ਸੋਹਣਾ ਤਿਲਕ ਸ਼ੋਭਾ ਪਾ ਰਿਹਾ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਗੁਰਿਆਈ ਦਾ ਤਿਲਕ ਦੇ ਦਿੱਤਾ ਹੈ। ਚਾਪਈ ਰਾਖਾਂ ਗੋਪ ਨਹੀਂ ਬਿਦਤਾ ਵਹ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਜਾਂ ਜਿੰਨੇ ਵੀ ਸਿੱਖ ਅੱਜ ਕੋਠਾ ਸਾਹਿਬ ਬੈਠੇ ਆ ਭਾਈ, ਜਿਹੜਾ ਅੱਜ ਇੱਥੇ ਗੁਰੂ
ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤਿਲਕ ਹੋਇਆ ਨਾ ਗੁਰਤਾ ਦਾ, ਇਹ ਗੱਲ ਬਾਹਰ ਨਾ ਜਾਵੇ, ਸਭ ਨੇ ਗੁਪਤ ਰੱਖਣੀ ਹੈ। ਸਭ ਸੰਗਤ ਕੋ ਸੀਖ ਸਖਾਵਾ। ਤੇ ਜਿਹੜੀ ਸੰਗਤ ਹੈ ਉਹ ਸਾਰੀ ਸੰਗਤ ਨੂੰ ਇਹ ਸਿੱਖਿਆ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਦੇਣੀ ਹੈ। ਜਦੋਂ ਅਸੀਂ ਸ਼ਹੀਦ ਹੋ ਜਾਵਾਂਗੇ ਨਾ, ਤੇ ਉਦੋਂ ਹੁਣ ਤੁਸੀਂ ਇਹਦਾ ਨਾਂ ਨਹੀਂ ਲੈਣਾ ਕਿਸੇ ਕੋਲ ਵੀ ਗੁਰਤਾ ਦਾ ਤਿਲਕ ਅਸਾਂ ਦੇ ਦਿੱਤਾ ਹੈ। ਪਰ ਜਦੋਂ ਅਸੀਂ ਸ਼ਹੀਦੀ ਦੇ ਦਿੱਤੀ, ਉਸ ਤੋਂ ਬਾਅਦ ਜਿੰਨੇ ਵੀ ਸਿੱਖ ਇੱਥੇ ਸਾਹਮਣੇ ਆ, ਜਿਨ੍ਹਾਂ ਦੇ ਸਾਹਮਣੇ ਤਿਲਕ ਹੋਇਆ, ਗੁਰਿਆਈ ਗੁਰੂ ਹਰਗੋਬਿੰਦ ਸਾਹਿਬ ਨੂੰ ਅਸਾਂ ਦਿੱਤੀ ਹੈ, ਇਹ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਬਿਧੀ ਚੰਦ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਤੁਸਾਂ ਸਿੱਖਾਂ ਪੰਜਾਂ ਨੇ ਸਾਰੀ ਸੰਗਤ ਨੂੰ ਫਿਰ ਸਿੱਖਿਆ ਦੇਣੀ ਹੈ। ਮਮ ਸਰੂਪ ਸ਼੍ਰੀ ਹਰਗੋਬਿੰਦ। ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਹੀ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਜੋ ਜਾਣੈ ਸੋ ਲਹੈ ਆਨੰਦ। ਤੇ ਜਿਹੜਾ ਵੀ ਇਹ ਜਾਣੇਗਾ, ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸਾਡਾ ਸਰੂਪ ਜਾਣੇਗਾ ਹਰਗੋਬਿੰਦ ਸਾਹਿਬ ਨੂੰ, ਉਹ ਸਦਾ ਖੁਸ਼ੀਆਂ ਆਨੰਦ ਮਾਣੇਗਾ। ਹਮ ਪੀਛੈ ਦੀਜਹਿ ਦਸਤਾਰ। ਤੇ ਸਾਡੇ ਸ਼ਹੀਦ ਹੋਣ ਤੋਂ ਬਾਅਦ ਤੁਸੀਂ ਸਿੱਖਾਂ ਨੇ ਹਰਗੋਬਿੰਦ ਸਾਹਿਬ ਨੂੰ ਦਸਤਾਰਬੰਦੀ ਕਰ ਦੇਣੀ। ਸਭ ਬਿਦ ਕਰਹ ਮੰਗਲਾਚਾਰ। ਤੇ ਸਭ ਤਰ੍ਹਾਂ ਦੇ ਨਾਲ ਖੁਸ਼ੀਆਂ ਆਨੰਦ ਖੇੜੇ ਕਰਨੇ ਆ, ਕਿਸੇ ਨੇ ਸੋਗ ਨਹੀਂ ਮਨਾਉਣਾ। ਸਰਬ ਮਸੰਦ ਸੰਗਤਾਂ ਸਾਰੀ। ਸਾਰੀਆਂ ਮਸੰਦ ਸੰਗਤਾਂ ਜਿੰਨੀਆਂ ਸਾਰੇ ਹਨ, ਮੋਹਰੀ ਸਿੱਖ ਆਦਿਕ। ਲਿਖਾ ਹੁਕਮ ਸਭ ਲਿਹੋ ਹਕਾਰੀ। ਤੇ ਜਦੋਂ ਦਸਤਾਰਬੰਦੀ ਹੋਈ, ਹੁਕਮਨਾਮੇ ਭੇਜ ਭੇਜ ਕੇ ਬਾਬਾ ਬੁੱਢਾ ਸਾਹਿਬ ਦੀ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਸੰਗਤਾਂ ਨੂੰ ਤੁਸੀਂ ਇੱਥੇ ਅੰਮ੍ਰਿਤਸਰ ਸਾਹਿਬ ਸੱਦ ਲੈਣਾ ਹੈ। ਚਾਹੋਂ ਦੇਸ਼ ਕੋ ਹੋਏ ਮੇਲ ਵਿਸਾਲਾ। ਜਦੋਂ ਚਾਰ ਚਫੇਰੇ ਦੀਆਂ ਸੰਗਤਾਂ ਦਾ ਬਹੁਤ ਭਾਰੀ ਇਕੱਠ ਸ਼੍ਰੀ ਹਰਿਮੰਦਰ ਸਾਹਿਬ ਹੋਵੇਗਾ, ਤਖਤ ਬਿਠਾਵਾ ਤੁਮ ਤਿਸ ਕਾਲਾ। ਬਾਬਾ ਬੁੱਢਾ ਸਾਹਿਬ ਜੀ ਤੁਸੀਂ ਉਦੋਂ ਆਪਦੇ ਹੱਥੀਂ ਸਾਡੇ ਸਾਹਿਬਜ਼ਾਦੇ ਨੂੰ ਗੁਰਤਾ ਦੇ ਤਖਤ ਤੇ ਬਿਠਾਉਣਾ ਹੈ। ਨਿਜ ਸਹਾਇਤਾ ਚਾਹੇ ਨ ਤਰੈ। ਤੇ ਅਸੀਂ ਜਾਣਦੇ ਹਾਂ ਇਹ ਪਰਮੇਸ਼ਰ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਦੇ ਕਿਸੇ ਦੀ ਸਹਾਇਤਾ ਦੀ ਇੱਛਾ ਨਹੀਂ ਰੱਖਣਗੇ, ਕਦੇ ਕਿਸੇ ਤੇ ਟੇਕ ਨਹੀਂ ਰੱਖਣਗੇ, ਵੀ ਚਾਹੇ ਉਮਰ ਇਹਨਾਂ ਦੀ ਛੋਟੀ ਹੈ, ਪਰ ਇਹ ਕਦੇ ਵੀ ਇਹ ਇੱਛਾ ਨਹੀਂ ਰੱਖਣਗੇ ਵੀ ਸ਼ਾਇਦ ਸਾਡਾ ਕੋਈ ਸਹਾਇਤਾ ਕਰੇ। ਕੋਈ ਰਾਜ ਭਾਗ ਵਾਲੇ ਜਿਵੇਂ ਮਿਹਰਬਾਨ ਤੇ ਪ੍ਰਿਥੀ ਚੰਦ ਰਾਜ ਭਾਗ ਵਾਲਿਆਂ ਤੋਂ ਆਸਾ ਲਾਉਂਦੇ ਆ, ਸਾਡੇ ਸਾਹਿਬਜ਼ਾਦੇ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਣਗੇ, ਕਦੇ ਕਿਸੇ ਤੋਂ ਇੱਛਾ ਨਹੀਂ ਰੱਖਣਗੇ ਸਹਾਇਤਾ ਦੀ। ਅਪਰਨ ਕੀ ਸਹਾਇ ਇਹ ਕਰੈ। ਸਗੋਂ ਇਹ ਤਾਂ ਦੂਜਿਆਂ ਦੀ ਸਹਾਇਤਾ ਕਰਨ ਵਾਲੇ ਯੋਧੇ ਮਹਾਬਲੀ ਹੋਣਗੇ। ਇਮ ਕਹਿ ਪਰਮ ਪ੍ਰੇਮ ਕੋ ਕਰ ਮਨ। ਇਸ ਤਰ੍ਹਾਂ ਕਹਿ ਕੇ ਖਾਲਸਾ ਜੀ ਸੱਚੇ ਪਾਤਸ਼ਾਹ ਜੀਆਂ ਹਰਗੋਬਿੰਦ ਸਾਹਿਬ ਨੂੰ ਡਾਢਾ ਪ੍ਰੇਮ ਲਾਡ ਕੀਤਾ ਹੈ। ਸਿੱਖਿਆ ਦੇ ਤਪਏ ਸ਼੍ਰੀ ਅਰਜਨ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਾਲਸਾ ਜੀ ਮੋਢੇ ਤੇ ਹੱਥ ਰੱਖ ਕੇ ਨਾ ਗਲਵੱਕੜੀ ਚ ਲੈ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਸਾਹਿਬਜ਼ਾਦੇ ਨੂੰ ਸਿੱਖਿਆ ਦੇਣ ਲੱਗੇ, ਮਤ ਦੇਣ ਲੱਗੇ ਹਨ। ਅਹੰ ਬ੍ਰਹਮ ਇਹ ਬ੍ਰਿਤ ਔਰ ਧਰਨੀ। ਪੁੱਤਰ ਹਰਗੋਬਿੰਦ ਸਾਹਿਬ ਅਹੰ ਬ੍ਰਹਮ, ਕਿ ਅਸੀਂ ਬ੍ਰਹਮ ਸਰੂਪ ਹਾਂ, ਇਹ ਤੁਸੀਂ ਬਿਰਤੀ ਆਪਦੇ ਮਨ ਵਿੱਚ ਸਦਾ ਟਿਕਾਉਣੀ ਰੱਖਣੀ ਹੈ। ਵਹਿਰ ਕਿਰਿਆ ਭਗਤਨ ਕੀ ਕਰਨੀ। ਪਰ ਇਹ ਨਹੀਂ ਵੀ ਆਪਦੇ ਆਪ ਨੂੰ ਪਰਮੇਸ਼ਰ ਸਮਝ ਕੇ ਤੇ ਸੇਵਾ ਕਰਨੀ ਛੱਡ ਦਿਓ। ਠੀਕ ਹੈ ਤੁਸੀਂ ਪਰਮੇਸ਼ਰ ਸਰੂਪ ਹੋ, ਪਰ ਬਾਹਰ ਸੰਗਤ ਨੂੰ ਭਗਤੀ ਵਿਖਾਉਣੀ ਹੈ। ਬਾਹਰਲਾ ਜਿਹੜਾ ਸਰੀਰ ਤੋਂ ਜਾਂ ਅੰਦਰਲੇ ਪਾਸੇ ਬ੍ਰਹਮ ਜਾਣਨਾ ਹੈ, ਤੇ ਜਦੋਂ ਬਾਹਰ ਵਿਚਰਨਾ ਹੈ ਨਾ, ਉਦੋਂ ਸਭ ਨੂੰ ਭਗਤ ਬਣ ਕੇ ਵਿਖਾਉਣਾ ਵੀ ਅਸੀਂ ਤਾਂ ਭਾਈ ਪਰਮੇਸ਼ਰ ਦੇ ਭਗਤ ਹਾਂ, ਉਦੋਂ ਪਰਮੇਸ਼ਰ ਬਣ ਕੇ ਨਹੀਂ ਵਿਖਾਉਣਾ ਹੈ। ਇਹੋ ਉਪਦੇਸ਼ ਆਦ ਗੁਰ ਘਰ ਕੋ। ਇਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਉਪਦੇਸ਼ ਦਿੱਤਾ ਹੋਇਆ ਜੋ ਤੁਹਾਨੂੰ ਅਸੀਂ ਦੇ ਰਹੇ ਹਾਂ। ਠੀਕ ਹੈ ਤੁਸੀਂ ਹੁਣ ਪਰਮੇਸ਼ਰ ਹੋ, ਪਰ ਸੰਗਤਾਂ ਨੂੰ ਪਰਮੇਸ਼ਰ ਬਣ ਕੇ ਨਹੀਂ ਵਿਖਾਉਣਾ, ਸੰਗਤਾਂ ਨੂੰ ਭਗਤ ਬਣ ਕੇ ਵਿਖਾਉਣਾ ਹੈ, ਸੰਗਤ ਦਾ ਅਦਬ ਸਤਿਕਾਰ ਰੱਖਣਾ ਹੈ। ਲਿਹੋ ਆਪ ਨਿਤ ਸ਼ਰਧਾ ਧਰ ਕੋ। ਤੇ ਬੜੀ ਸ਼ਰਧਾ ਰੱਖਣੀ ਹੈ ਆਪਣੇ ਮਨ ਦੇ ਅੰਦਰ, ਭਗਤੀ ਸੇਵਾ ਕਰਨੀ ਹੈ। ਸ਼੍ਰੀ ਨਾਨਕ ਕੋ ਆਸ਼ੈ ਮਹਾ। ਜਿਹੜਾ ਸਿੱਖਿਆ ਸਾਨੂੰ ਦਿੱਤੀ ਗੁਰੂ ਰਾਮਦਾਸ ਮਹਾਰਾਜ ਨੇ, ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਦਿੱਤੀ, ਉਹ ਤੁਹਾਨੂੰ ਦੇ ਰਹੇ ਹਾਂ। ਮਨ ਵਿੱਚ ਸ਼ਰਧਾ ਧਾਰ ਕੇ ਪੁੱਤਰ ਹਰਗੋਬਿੰਦੇ ਸਿੱਖਿਆ ਗ੍ਰਹਿਣ ਕਰੋ ਆਪ ਜੀ। ਇਹ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਹੋਇਆ ਹੈ, ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਇਹੀ ਸਿਧਾਂਤ ਹੈ ਵੀ ਪਰਮੇਸ਼ਰ ਹੋ ਤੁਸੀਂ, ਤੇ ਪਰ ਹੁੰਦਿਆਂ ਹੋਇਆਂ ਵੀ ਜਣਾਉਣਾ ਨਹੀਂ ਹੈ। ਗੁਰ ਅੰਗਦ ਸੰਗ ਜੈਸੇ ਕਹਾ। ਜਿਹੜੀ ਸਿੱਖਿਆ ਗੁਰੂ ਅੰਗਦ ਦੇਵ ਸਾਹਿਬ ਨੂੰ ਵੱਡੇ ਪਾਤਸ਼ਾਹ ਜੀ ਨੇ ਦਿੱਤੀ ਸੀ, ਅਜਰ ਜਰਨ ਧੀਰਜ ਔਰ ਧਰਨੀ। ਵੀ ਗੁਰਤਾ ਤੁਹਾਡੇ ਕੋਲ ਆ ਗਈ, ਤੁਹਾਡੇ ਕੋਲ ਅਜਰ ਸ਼ਕਤੀ ਹੈ, ਬੇਅੰਤ ਸ਼ਕਤੀਆਂ ਹਨ,
ਪਰ ਅਜਰ ਸ਼ਕਤੀਆਂ ਨੂੰ ਧੀਰਜ ਦੇ ਨਾਲ ਆਪਦੇ ਅੰਦਰ ਧਾਰ ਕੇ ਰੱਖਣਾ ਹੈ। ਕਦੇ ਅਜਮਤ ਕਰਾਮਾਤ ਨਹੀਂ ਵਿਖਾਉਣੀ ਹੈ। ਅਜਮਤ ਬਿਦਤ ਨ ਕਾਹੂ ਕਰਨੀ। ਕਿਸੇ ਦੇ ਸਾਹਮਣੇ ਸ਼ਕਤੀ ਕਰਾਮਾਤ ਤੁਸਾਂ ਪ੍ਰਗਟ ਕਰਕੇ ਨਹੀਂ ਵਿਖਾਉਣੀ। ਰਾਮਚੰਦ ਸ਼੍ਰੀ ਕ੍ਰਿਸ਼ਨ ਮਹਾਨੇ। ਵੱਡੇ ਵੱਡੇ ਅਵਤਾਰ ਰਾਮਚੰਦਰ ਸ਼੍ਰੀ ਕ੍ਰਿਸ਼ਨ ਭਗਵਾਨ ਵਰਗੇ 14-16 ਕਲਾਂ ਸਮਰੱਥ ਜੋ ਹੋਏ ਐ। ਬਲ ਕਰ ਰਣ ਆਦਿਕ ਬਿਦ ਠਾਨੇ। ਉਹਨਾਂ ਜੰਗ ਦੇ ਮੈਦਾਨ ਵਿੱਚ ਯੁੱਧ ਕਰਕੇ ਜੰਗ ਜਿੱਤੇ ਐ। ਕਦੇ ਉਹਨਾਂ ਨੇ ਕਰਾਮਾਤ ਨਹੀਂ ਵਿਖਾਈ ਹੈ। ਨਹੀਂ ਸ਼ਕਤ ਕਰ ਕਹੂੰ ਦਿਖਾਈ। ਸ਼ਕਤੀ ਕਰਕੇ ਜਿੱਤ ਸਕਦੇ ਸੀ, ਪਰ ਆਪਣੇ ਜ਼ੋਰ ਬਾਹਾਂ ਦੇ ਜ਼ੋਰ ਨਾਲ ਵਿਖਾਇਆ ਸੰਸਾਰ ਨੂੰ ਜੰਗ ਜਿੱਤ ਕਰਕੇ। ਸਹੀ ਸਰਬ ਹੀ ਜਿਮ ਬਨ ਆਈ। ਇਸ ਕਰਕੇ ਜਿਵੇਂ ਅਸਲ ਵਿੱਚ ਜਿਹੜੀ ਮਰਿਆਦਾ ਬਣ ਆਉਂਦੀ ਹੈ, ਤਿਸੀ ਪ੍ਰਕਾਰ ਆਪ ਮਤ ਧਰੋ। ਤੁਸੀਂ ਇਹੀ ਮਤਾ ਧਾਰਨਾ ਹੈ। ਹਰਗੋਬਿੰਦ ਪੁੱਤਰ, ਤੁਸਾਂ ਕਦੇ ਕਿਸੇ ਨੂੰ ਸ਼ਕਤੀ ਨਹੀਂ ਵਿਖਾਉਣੀ ਹੈ। ਨਹੀਂ ਬਿਦਤ ਅਜਮਤ ਕਿਤ ਕਰੋ। ਤੁਸਾਂ ਕਿਸੇ ਦੇ ਸਾਹਮਣੇ ਕਦੇ ਵੀ ਆਪਦੀ ਸ਼ਕਤੀ ਪ੍ਰਗਟ ਪ੍ਰਤੱਖ ਨਹੀਂ ਕਰਨੀ, ਮੁਜਹਾਰਾ ਨਹੀਂ ਕਰਨਾ। ਨਾਟਕ ਚੇਟਕ ਕੀਏ ਕੁਕਾਜਾ, ਇਹ ਤਾਂ ਨਾਟਕ ਚੇਟਕ ਹੈ ਪੁੱਤਰ, ਇਹਨਾਂ ਵਿੱਚ ਕਦੇ ਨਹੀਂ ਪੈਣਾ ਹੈ। ਪੁਰਸ਼ੋਤਮ ਜੇ ਕਰ ਦਿਖਰਾਈ। ਆਪਦੇ ਬਾਹਾਂ ਦੇ ਬਲ ਨਾਲ ਯੁੱਧ ਜਿੱਤਨੇ ਆ, ਸ਼ਕਤੀ ਨਾਲ ਨਹੀਂ ਜਿੱਤਨੇ। ਤੇ ਨਾਲ ਹੀ ਕਹਿ ਦਿੱਤਾ ਜਿਹੜੇ ਉੱਤਮ ਪੁਰਸ਼ ਹੁੰਦੇ ਆ ਨਾ, ਉਹ ਜੇ ਕਿਤੇ ਸ਼ਕਤੀ ਕਰਕੇ ਵਿਖਾ ਵੀ ਦਿੰਦੇ ਹਨ। ਹਿਤ ਮਿਰਜਾਦ ਕੈ ਜਨਨ ਸਹਾਈ। ਮਰਿਆਦਾ 'ਚ ਰਹਿ ਕੇ ਕਰਾਮਾਤ ਵਿਖਾਉਂਦੇ ਆ, ਉਹ ਵੀ ਉਦੋਂ ਜਦੋਂ ਕਿਸੇ ਭਗਤ ਤੇ ਆਣ ਬਣੇ। ਉਦੋਂ ਕਿਤੇ ਭਾਵ ਆਪਦੇ ਭਲੇ ਵਾਸਤੇ ਜਾਂ ਕਿਸੇ ਮਨੋਰਥ ਵਾਸਤੇ ਸ਼ਕਤੀ ਕਰਾਮਾਤ ਨਹੀਂ ਵਿਖਾਉਣੀ ਪੁੱਤਰ। ਹਾਂ, ਜੇ ਕਿਸੇ ਸਿੱਖ ਤੇ ਆਣ ਬਣੇ, ਸਿੱਖ ਦੇ ਉੱਪਰ ਕੋਈ ਭੀੜ ਪੈ ਜਾਵੇ, ਉਦੋਂ ਫਿਰ ਜ਼ਰੂਰ ਕਰਾਮਾਤ ਵਿਖਾਉਣੀ ਹੈ, ਸਿੱਖ ਦੀ ਲਾਜ ਰੱਖਣੀ ਹੈ। ਬਿਨਾ ਕਰੇ ਬਿਗਰਹਿ ਜਹ ਬਾਤ। ਜਿੱਥੇ ਸ਼ਕਤੀ ਕਰਾਮਾਤ ਵਿਖਾਏ ਬਿਨਾ ਸਰਦਾ ਹੀ ਨਾ ਹੋਵੇ, ਜੇ ਨਾ ਵਿਖਾਈਏ ਤੇ ਗੱਲ ਵਿਗੜਦੀ ਹੋਵੇ। ਤਹਾਂ ਕਰਤ ਹੈ ਨਿਤ ਚਿਤ ਸ਼ਾਂਤ। ਉਥੇ ਸ਼ਾਂਤੀ ਚਿੱਤ ਰਹਿ ਕਰਕੇ, ਸ਼ਾਂਤ ਚਿੱਤ ਰਹਿ ਕਰਕੇ ਜ਼ਰੂਰ ਕਰਾਮਾਤ ਵਿਖਾਉਣੀ ਹੈ। ਜਿੱਥੇ ਕਰਾਮਾਤ ਵਿਖਾਏ ਬਿਨਾ ਨਾ ਸਰਦਾ ਹੋਵੇ, ਜਿੱਥੇ ਧਰਮ ਦੀ ਮਰਿਆਦਾ ਵਿਗੜਦੀ ਹੋਵੇ ਪੁੱਤਰ, ਉੱਥੇ ਕਰਾਮਾਤ ਜ਼ਰੂਰ ਵਿਖਾਉਣੀ ਹੈ, ਅਨਿਥਾ ਕਰਾਮਾਤ ਕਦੇ ਵਿਖਾਉਣੀ ਨਹੀਂ ਹੈ। ਜਾਮ ਜਾਮਨੀ ਕਰਹੁ ਇਸ਼ਨਾਨ। ਫਿਰ ਇੱਕ ਪਹਿਰ ਰਾਤ ਰਹਿੰਦਿਆਂ ਤੁਸਾਂ ਨੇ ਇਸ਼ਨਾਨ ਕਰ ਲੈਣਾ ਉੱਠ ਕਰਕੇ। ਸੁਨਹੁ ਕੀਰਤਨ ਪ੍ਰਭ ਨਿਰਬਾਨ। ਇੱਕ ਪਹਿਰ ਰਾਤ ਰਹਿੰਦਿਆਂ ਤਿਆਰ ਬਰ ਤਿਆਰ ਹੋ ਕਰਕੇ ਸਾਰਾ ਸਾਦੀ ਵਾਰ ਦਾ ਕੀਰਤਨ ਇੱਕ ਰਸ ਚੌਂਕੜਾ ਲਾ ਕੇ ਸੁਣਨਾ ਹੈ। ਜਗਤ ਅਨਿਤ ਆਤਮਾ ਸਾਚੋ। ਆਤਮਾ ਸਤ ਹੈ, ਸੰਸਾਰ ਝੂਠਾ ਹੈ, ਇਹ ਸਦਾ ਹਿਰਦੇ ਵਿੱਚ ਖਿਆਲ ਰੱਖਣਾ ਵੈ। ਇਮ ਲਖ ਸਤ ਸੰਗਤ ਚਿਤ ਰਾਚੋ। ਤੇ ਆਪਦਾ ਚਿੱਤ ਸਦਾ ਸੰਗਤ ਨਾਲ ਰੱਖਣਾ ਹੈ। ਸੰਗਤ ਵਿੱਚ ਚਿੱਤ ਦੀ ਰੁਚੀ ਰੱਖਣੀ ਹੈ, ਸੰਗਤ ਕਰਨੀ ਹੈ 2 ਵੇਲੇ। ਇਹ ਨਹੀਂ ਕਿ ਜੇ ਤੁਸੀਂ ਹੁਣ ਪਰਮੇਸ਼ਰ ਸਰੂਪ ਹੋ ਤੇ ਸੰਗਤ ਦੇ ਵਿੱਚ ਬਹਿ ਕੇ ਕੀਰਤਨ ਸੁਣਨਾ, ਸਦਾ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਭਗਤੀ ਕਰਨੀ ਹੈ। ਉਹਦੇ ਚਾਹੇ ਤੁਸੀਂ ਪਰਮੇਸ਼ਰ ਹੀ ਹੋ, ਪਰ ਫੇਰ ਵੀ ਪਰਮੇਸ਼ਰ ਦੇ ਭਗਤ ਬਣ ਕੇ ਵਿਖਾਉਣਾ ਹੈ, ਤਾਂ ਕਿ ਸਿੱਖ ਸੰਗਤ ਵੀ ਉਸੇ ਅਕਾਲ ਪੁਰਖ ਪਰਮੇਸ਼ਰ ਨੂੰ ਪੂਜੇ ਤੇ ਸਦਾ ਬਹਿ ਕੇ ਸੰਗਤਾਂ ਕੀਰਤਨ ਸੁਣਿਆ ਕਰਨ। ਇਹ ਪੂਰਨੇ ਪਾਉਣੇ ਆ ਪੁੱਤਰ ਤੁਸਾਂ ਨੇ। ਪਾਏ ਪੁੱਤਰ ਕੋ ਗੁਰੂ ਬਹਾਨਾ। ਤੋ ਸਾਧ ਸੰਗਤ ਜੀ, ਕਵੀ ਜੀ ਕਹਿੰਦੇ ਆ, ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਦਾ ਬਹਾਨਾ ਜਿਹਾ ਪਾ ਕਰਕੇ ਸੰਗਤ ਕੋ ਉਪਦੇਸ਼ ਬਖਾਨਾ। ਸੰਗਤ ਨੂੰ ਸਮਝਾ ਰਹੇ ਆ, ਸੁਣਨ ਵਾਲਿਆਂ ਤੁਹਾਨੂੰ ਖਾਲਸਾ ਜੀ, ਮੈਨੂੰ ਸਾਰਿਆਂ ਨੂੰ ਸਮਝਾ ਰਹੇ ਆ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕੁਝ ਸਮਝਾਉਣ ਦੀ ਲੋੜ ਥੋੜਾ ਹੈ, ਉਹ ਤਾਂ ਪਰਮੇਸ਼ਰ ਹੈ। ਪਰ ਕਵੀ ਜੀ ਕਹਿੰਦੇ ਸਰੋਤਾ ਜਣੋ ਜਿਹੜੇ ਸੁਣ ਰਹੇ ਹੋ ਨਾ, ਜਾਣ ਲਓ ਵੀ ਹਰਗੋਬਿੰਦ ਸਾਹਿਬ ਤਾਂ ਸਿੱਖੇ ਸਿਖਾਏ, ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ। ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਪੁੱਤ ਦੇ ਬਹਾਨੇ ਤੁਹਾਨੂੰ ਸਾਰਿਆਂ ਨੂੰ ਸਮਝਾਇਆ ਕਿ ਕੀਰਤਨ ਜ਼ਰੂਰ ਸੁਣਨਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਪ੍ਰੇਮਾ ਭਗਤੀ ਰੱਖਣੀ ਹੈ, ਸੰਗਤ ਨਾਲ ਮਿਲਾਪ ਰੱਖਣਾ ਹੈ, ਕੀਰਤਨ ਸੁਣਨਾ ਹੈ, ਨਿਮਰਤਾ ਰੱਖਣੀ ਹੈ। ਇਸ ਜਿੱਡੀ ਮਰਜ਼ੀ ਪ੍ਰਾਪਤੀ ਹੋ ਜਾਵੇ, ਚਾਹੇ ਬ੍ਰਹਮ ਗਿਆਨੀ ਵੀ ਕਿਉਂ ਨਾ ਬਣ ਜਾਈਏ, ਸਦਾ ਅਜਮਤ ਨਹੀਂ ਵਿਖਾਉਣੀ ਕਦੇ। ਸਤਿਗੁਰਾਂ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਪੁੱਤਰ ਦੇ ਬਹਾਨੇ ਅੰਦਰ। ਸੰਗਤ ਕੋ ਉਪਦੇਸ਼ ਬਖਾਨਾ। ਇਹੋ ਜਿਹਾ ਉਪਦੇਸ਼ ਹਜੂਰ ਨੇ ਸੰਗਤ ਨੂੰ ਬਖਸ਼ਿਸ਼ ਕੀਤਾ ਵੈ। ਸ਼੍ਰੀ ਹਰਗੋਬਿੰਦ ਸੁਣ ਕਰ ਧੀਰ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧੀਰਜ ਦੇ
ਤੁਝਾ ਸਤਿਗੁਰਾਂ ਨੇ ਸਾਰਾ ਉਪਦੇਸ਼ ਪਿਤਾ ਜੀ ਤੋਂ ਸੁਣ ਕਰਕੇ ਕਮਲ ਬਿਲੋਚਨ ਮੋਚਿਓ ਨੀਰ। ਤੇ ਨੇਤਰਾਂ ਵਿੱਚ ਜਾਲ ਆ ਗਿਆ ਖਾਲਸਾ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨੇਤਰ ਨੀਵੇਂ ਕਰ ਲਏ ਤੇ ਨੇਤਰਾਂ ਦੇ ਵਿੱਚੋਂ ਟਪਕ ਟਪਕ ਬੂੰਦਾਂ ਧਰਤੀ ਤੇ ਡਿੱਗਦੀਆਂ ਨੇ। ਕਾਰਨ ਕਰਨ ਆਪ ਤੁਮ ਸਾਰੇ। ਤੇ ਹੱਥ ਜੋੜ ਕੇ ਆਖਿਆ, ਪਿਤਾ ਸਤਿਗੁਰੂ ਜੀ ਮਹਾਰਾਜ ਸਾਰੇ ਕਾਰਨਾਂ ਕੰਮਾਂ ਦੇ ਕਰਨ ਵਾਲੇ ਤਾਂ ਤੁਸੀਂ ਆਪ ਹੀ ਹੋ। ਅਸਮੰਜਸ ਹਮ ਸਮਖ ਉਚਾਰੇ। ਤੇ ਸਾਨੂੰ ਤਾਂ ਐਵੇਂ ਹੀ ਅਣਬਣ ਜੀ ਗੱਲ ਕਹਿ ਰਹੇ ਹੋ ਵੀ ਤੁਸਾਂ ਐਂ ਕਰ ਲੈਣਾ, ਆਉਣ ਵਾਲੇ ਸਮੇਂ 'ਚ ਐਂ ਕਰ ਲੈਣਾ। ਮਹਾਰਾਜ ਤੁਸੀਂ ਕਰਨਾ ਤਾਂ ਸਾਡੇ ਵਿੱਚ ਵਰਤ ਕੇ ਆਪ ਹੀ ਹੈ, ਸਾਰਾ ਕੁਝ ਤੁਸੀਂ ਕਰਨਾ ਹੈ, ਸਾਨੂੰ ਤਾਂ ਵੈਸੇ ਹੀ ਮਹਾਰਾਜ ਤੁਸੀਂ ਸਮਝਾ ਰਹੇ ਹੋ। ਇਮ ਕਹਿ ਨਮਰ ਗਰੀਵ ਕਰ ਥਿਰੇ। ਇਹਨਾਂ ਬਚਨ ਕਿਹਾ ਹਰਗੋਬਿੰਦ ਸਾਹਿਬ ਨੇ ਤੇ ਸੀਸ ਨੀਵਾਂ ਕਰ ਲਿਆ। ਆਖ ਦਿੱਤਾ, ਪਿਤਾ ਸ਼੍ਰੀ ਸਾਡੇ ਅੰਦਰ 6ਵੇਂ ਥਾਂ ਹੁਣ ਗੁਰੂ ਨਾਨਕ ਪਾਤਸ਼ਾਹ ਤੁਸਾਂ ਵਰਤਣਾ ਤੇ ਪਾਤਸ਼ਾਹ ਜੀ ਸਾਨੂੰ ਤਾਂ ਐਵੇਂ ਸਿੱਖਿਆ ਦੇ ਰਹੇ ਹੋ, ਸਾਰਾ ਕੁਝ ਕਰਨ ਵਾਲੇ ਤਾਂ ਤੁਸੀਂ ਆਪ ਹੀ ਹੋ। ਧੀਰ ਸਰਬਾਗਿਓ ਜਾਨ ਚੁੱਪ ਕਰੇ। ਤੇ ਜਾਣ ਲਿਆ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਸਾਡੇ ਪਿਤਾ ਜੀ ਧੀਰਜ ਧਾਰੀ ਤੇ ਸਰਬ ਗਿਆਤਾ ਹਨ। ਚੁੱਪ ਕਰ ਗਏ ਹਰਗੋਬਿੰਦ ਸਾਹਿਬ ਜੀ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਦਾ ਤਿਲਕ ਤਖਤ ਸਤਿਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਅੱਗੇ ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਲਾਹੌਰ ਗਏ, ਲਾਹੌਰ ਜਾ ਕਰਕੇ ਸਾਧ ਸੰਗਤ ਜੀ ਮਹਾਰਾਜ ਨੇ ਜਿਨ੍ਹਾਂ ਸਿੱਖਾਂ ਦੇ ਮਨ ਦੇ ਵਿੱਚ ਖਿਆਲ ਸਨ ਗਰੀਬਾਂ ਸਿੱਖਾਂ ਦੇ ਵੀ ਕਦੇ ਸਾਡੇ ਘਰ ਵਿੱਚ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਆਉਣਗੇ, ਮਹਾਰਾਜ ਨੇ ਬਹਾਨਾ ਖਾਲਸਾ ਜੀ ਸ਼ਹੀਦੀ ਦਾ ਬਣਾ ਕੇ ਤੇ ਸੱਚੇ ਪਾਤਸ਼ਾਹ ਜੀ ਭਾਈ ਸੱਧੂ ਵਰਗਿਆਂ ਦੇ, ਭਾਈ ਅਰਥਮਲ ਵਰਗਿਆਂ ਦੇ ਘਰ ਵਿੱਚ ਭਾਗ ਲਾਉਣ ਗਏ। ਲਓ ਤੁਸੀਂ ਬੜੇ ਸਮੇਂ ਦੇ ਉਡੀਕਦੇ ਸੀ ਤੇ ਖਰੇ ਸਾਡੇ ਘਰ ਵਿੱਚ ਮਹਾਰਾਜ ਕਦੋਂ ਆਉਣਗੇ। ਕੀ ਪਤਾ ਕਿ ਰੀਝ ਸੀ ਮਨ ਵਿੱਚ ਵੀ ਮਹਾਰਾਜ ਸਾਡੇ ਘਰ ਵਿੱਚ ਇੱਕ ਵਾਰੀ ਜ਼ਰੂਰ ਚਰਨ ਪਾਉਣ। ਤੇ ਸ਼ਹੀਦੀ ਦੇਣ ਤੋਂ ਪਹਿਲਾਂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਇਹਨਾਂ ਗੁਰਮੁਖਾਂ ਦੇ ਘਰਾਂ ਨੂੰ ਭਾਗ ਲਾ ਕੇ ਗਏ। ਫਿਰ ਸਾਧ ਸੰਗਤ ਜੀ ਜਿਵੇਂ ਅੱਗੇ ਸ਼ਹਾਦਤ ਦੇ ਜਿਵੇਂ ਉਹ ਸਾਰੇ ਕਚਹਿਰੀ ਦੇ ਅੰਦਰ ਬਾਦਸ਼ਾਹ ਜਹਾਂਗੀਰ ਵੱਲੋਂ ਵੀ ਜਿਵੇਂ ਕੁਝ ਬੋਲਿਆ ਗਿਆ, ਹਜ਼ੂਰ ਮਹਾਰਾਜ ਜੀ ਨੇ ਜਿਵੇਂ ਜਵਾਬ ਦਿੱਤੇ, ਉਹ ਸਾਰੇ ਨਿਰਣੇ ਸਹਿਤ ਆਪਾਂ ਪੜ੍ਹ ਸੁਣ ਲਵਾਂਗੇ। ਇੱਥੇ ਭਾਈ ਸਮਾਪਤੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਰਨ ਕਾਰਨ ਆਪ ਤੁਮ ਸਾਰੇ। ਅਸਮੰਜਸ ਹਮ ਸਮਖ ਉਚਾਰੇ। ਇਮ ਕਹਿ ਨਮਰ ਗਰੀਬ ਕਰ ਥਿਰੇ। ਧੀਰ ਸਰਬਾਗਿਓ ਜਾਨ ਚੁੱਪ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।